ਹਾਂਜੀ ਨਾਮੈ ਪ੍ਰੀਤ ਨਰਾਇਣ ਲਾਗੀ, ਨਾਮੈ ਪ੍ਰੀਤ ਨਰਾਇਣ ਲਾਗੀ। ਤ੍ਰਿਖਾਵੰਤ ਜਲ ਸੇਤੀ ਕਾਰ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੈ ਪ੍ਰੀਤ ਨਰਾਇਣ। ਨਾਮੈ ਪ੍ਰੀਤ ਨਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ। ਜੈਸੀ ਪਰ ਪੁਰਖਾ ਰਤਨਾਰੀ, ਲੋਭੀ ਨਰ ਤਨ ਕਾ ਹਿਤਕਾਰੀ। ਹਾਂਜੀ ਕਾਮੀ ਪੁਰਖ ਕਾਮਣੀ ਪਿਆਰੀ, ਕਾਮੀ ਪੁਰਖ ਕਾਮਣੀ ਪਿਆਰੀ, ਕਾਮੀ ਪੁਰਖ
ਪ੍ਰੀਤ ਮੁਰਾਰੀ ਸਾਈ ਪ੍ਰੀਤ ਦੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਬੂ ਨਾ ਟੂਟ ਸਰਿਆ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਲਕ ਅਰ ਮਾਤਾ ਐਸੀ ਹਰ ਸਿੱਧੀ ਮਨ ਰਾਤਾ ਉਹਦੀ ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ 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 ਸਤਿਮਾਈ ਭਾਈ ਰਸਨਾ ਪਵਿੱਤਰ ਕਰੋ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਰਸਨਾ ਪਵਿੱਤਰ ਕਰੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ। ਸਤਿਗੁਰੂ ਜੀ ਆਂਦੇ ਨੇ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਤੇ ਜਿਹੜੇ ਕਿਰਪਾ ਜਿਨ੍ਹਾਂ ਦੀ ਕਿਰਪਾ ਸਦਕਾ ਇਸ ਵੇਲੇ ਗੁਰਸਿੱਖੀ ਸਮਾਜ ਵਿੱਚ ਖੇੜਾ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਜੋ ਸਾਡੇ ਦੁੱਖਾਂ ਦੇ ਤੇ ਸੁੱਖਾਂ ਦੇ ਸਾਂਝੀ ਸਤਿਗੁਰੂ ਨੇ, ਉਹਨਾਂ ਦੀ ਮੋਹਣੀ ਮੂਰਤ ਆਪਣੇ ਹਿਰਦੇ 'ਚ ਵਸਾਓ ਤੇ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਸੰਗਿਓ, ਸੰਸਾਰ ਮੰਡਲ ਤੇ ਜੀਵਨ ਜੀਣਾ ਤੇ ਜੀਵਨ ਨੂੰ ਸਫਲ ਕਰਨਾ, ਇਹਨਾਂ ਦੋਨਾਂ ਗੱਲਾਂ ਵਿੱਚ ਥੋੜਾ ਜਿਹਾ ਭੇਦ ਹੈ। ਜੀਵਨ ਜੀ ਕੇ ਤਾਂ ਪਸ਼ੂ ਵੀ ਚਲੇ ਜਾਂਦੇ ਨੇ ਸੰਸਾਰ ਤੋਂ, ਪਰ ਜੀਵਨ ਸਫਲ ਤਾਂ ਹੁੰਦਾ ਹੈ ਜੇ ਪੂਰੇ ਸਤਿਗੁਰ ਦੀ ਸ਼ਰਨਾਗਤ ਹੋਵੇ। ਜਾਤੀ ਸ਼ਰਨਾਗਤ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਨਹੀਂ ਹੁੰਦਾ ਤਾਂ ਤੇ ਜੀਵਨ ਸਫਲ ਨਹੀਂ ਹੋ ਸਕਦਾ। ਜੀਵਨ ਨੂੰ ਸਫਲ ਕਰਨ ਵਾਸਤੇ ਗੁਰੂ ਦੀ ਜ਼ਰੂਰਤ ਹੈ। ਗੁਰੂ ਦਾ ਅਰਥ ਕੀ ਹੁੰਦਾ ਹੈ? ਗੁਰੂ ਨਾਮ ਹੁੰਦਾ ਹੈ ਹਨੇਰੇ ਦਾ, ਰੂਹ ਨਾਮ ਹੁੰਦਾ ਹੈ, ਰੂਹ ਦਾ ਅਰਥ ਹੁੰਦਾ ਹੈ ਪ੍ਰਕਾਸ਼, ਚਾਨਣ। ਭਾਵ ਅਗਿਆਨ ਰੂਪੀ ਹਨੇਰੇ ਨੂੰ ਗਿਆਨ ਰੂਪੀ ਜੋ ਪ੍ਰਕਾਸ਼ ਹੁੰਦਾ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ। ਤੇ ਸੰਸਾਰ ਮੰਡਲ ਤੇ ਜੀਵਨ ਜੀਣਾ ਤੇ ਜੀਵਨ ਸਫਲ ਕਰਨਾ, ਸਫਲ ਜੀਵਨ ਤਾਂ ਹੁੰਦਾ ਹੈ ਗੁਰੂ ਦੀ ਸ਼ਰਨਾਗਤ ਹੋ ਜਾਈਏ। ਧਿਆਨ ਰੱਖਣਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ 5 ਸੰਪਰਦਾਵਾਂ ਪ੍ਰਮੁੱਖ ਨੇ। ਵਿੱਚੋਂ ਸ਼ਾਖਾ ਕਿੰਨੀਆਂ ਨਿਕਲੀਆਂ ਨੇ ਇਹਨਾਂ ਦਾ ਕੋਈ ਅੰਤ ਨਹੀਂ। ਪ੍ਰਮੁੱਖ 5 ਸੰਪਰਦਾਵਾਂ ਨੇ, 5 ਸ਼ਾਖਾਵਾਂ ਨੇ। ਅਕਾਲੀ, ਨਿਰਵੈਰ, ਨਿਹੰਗ, ਉਦਾਸੀ ਤੇ ਨਾਮਧਾਰੀ। ਇਹ ਸਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਪਣਾ ਰਹਿਬਰ, ਆਪਣਾ ਮੁਰਸ਼ਿਦ ਮੰਨਦੇ ਨੇ। ਪਰ ਤੁਸੀਂ ਆਪ ਹਿਸਾਬ ਲਾ ਲਓ, ਇਹਨਾਂ ਸਮਿਆਂ ਦੇ ਉੱਤੇ ਜਦੋਂ ਕੋਈ ਮਾਤ ਲੋਕ ਤੋਂ ਬਿਆਨਾ ਕਰ ਦਿੰਦਾ ਹੈ, ਸਾਡੇ ਸਾਰਿਆਂ ਪਰਿਵਾਰਾਂ 'ਚ ਜਦੋਂ ਘਰ ਘਰ ਇਹੋ ਪਹੁੰਚਾ ਸੱਜਣਾ ਨਿਤ ਪਵਨ, ਇਹ ਤਾਂ ਰੋਜ਼ ਦਾ ਹੀ ਕੰਮ ਹੈ। ਅੱਜ ਇਹਦੀ ਵਾਰੀ ਤੇ ਕੱਲ ਉਹਦੀ ਵਾਰੀ। ਪਰ ਇਹਨਾਂ ਸਮਿਆਂ ਦੇ ਉੱਤੇ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰੂ ਨੂੰ ਨਹੀਂ ਮੰਨਣ ਵਾਲੇ ਨਾ ਉਹਨਾਂ ਦੇ ਘਰਾਂ 'ਚ ਇਸ ਵੇਲੇ ਕੀ ਹਾਲਾਤ ਹੁੰਦੀ ਹੈ। ਕਹਿੰਦੇ ਨੇ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰਖੋ ਹੈ। ਇਹ ਪਹਿਲਾਂ ਇੱਕ ਇਦਾਂ ਦੀ ਰੋਹ ਰੀਤ ਆਮ ਸੰਸਾਰ ਵਿੱਚ ਵੇਖਣ ਵਿੱਚ ਆਉਂਦੀ ਸੀ। ਪਿੰਡ ਦੀ ਨੈਣ ਨੂੰ ਅੱਗੇ ਲਾਣਾ ਤੇ ਉਹਨੇ ਸਿਆਪੇ ਕਰਨੇ, ਅਲਾਣੀਆਂ ਦੇਣੀਆਂ ਤੇ ਪਿੱਟਦੀਆਂ ਨੇ ਆਣਾ ਬਾਹਰੋਂ ਤੇ ਉਹ ਸਿਆਪੇ ਕਰਨੇ। ਇਸ ਤਰ੍ਹਾਂ ਦਾ ਹਾਲ ਸੀ। ਸਤਿਗੁਰੂ ਜੀ ਕਹਿੰਦੇ ਨੇ ਇਹ ਉਹ ਲੋਕ ਨੇ ਜਿਹੜੇ ਗੁਰੂ ਨੂੰ ਨਹੀਂ ਮੰਨਦੇ। ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਕੋਇਣ, ਗੱਲਾਂ ਪਿੱਟਣੀਆਂ ਤੇ ਸਿਰ ਦੇ ਵਾਲ ਖਿਲ ਰਹੇ ਹੁੰਦੇ ਸਨ ਜਨਾਨੀਆਂ ਦੇ ਉਹਨਾਂ ਦੇ। ਪਰ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਸਮਾਂ ਉਹਨਾਂ ਤੇ ਵੀ ਇਹ ਆਉਂਦਾ ਹੈ। ਧਿਆਨ ਰੱਖਣਾ ਸੰਸਾਰ ਮੰਡਲ 'ਚ ਰਹਿ ਕੇ ਦੁੱਖ ਵੀ ਆਏਗਾ ਤੇ ਸੁੱਖ ਵੀ ਆਏਗਾ। ਇਹ ਸੂਰਜ ਦੀ ਕਿਰਨਾਂ ਸੰਤਾਂ ਨੂੰ ਵੀ ਪੈਂਦੀਆਂ ਨੇ ਤੇ ਸੂਰਜ ਦੀਆਂ ਕਿਰਨਾਂ ਚੋਰਾਂ ਨੂੰ ਵੀ ਪੈਂਦੀਆਂ ਨੇ। ਸੂਰਜ ਹਮੇਸ਼ਾ ਸਾਰਿਆਂ ਵਾਸਤੇ ਸਮ ਹੈ। ਬਾਰਿਸ਼ ਹੋਏਗੀ ਜਿੱਥੇ ਤੇ ਹੋਏਗੀ ਸਾਰਿਆਂ ਤੇ ਇੱਕੋ ਜਿਹੀ ਪੈ ਜਾਏਗੀ। ਸੂਰਜ ਦੀ ਕਿਰਨਾਂ ਇੱਕੋ ਜਿਹੀਆਂ ਨੇ, ਚੰਦਰਮਾ ਦੀ ਰੋਸ਼ਨੀ, ਤਾਰਿਆਂ ਦੀ ਰੋਸ਼ਨੀ ਇੱਕੋ ਜਿਹੀ ਹੈ। ਫਰਕ ਕੀ ਹੈ? ਜਿਹੜੇ ਸਤਿਗੁਰੂ ਵਾਲੇ ਨੇ ਜਦੋਂ ਕਿਤੇ ਉਹਨਾਂ ਤੇ ਇਹ ਸਮਾਂ ਬਣਦਾ ਨਾ, ਉਹ ਆਂਦੇ ਨੇ ਜਿਉਂ ਜਿਉਂ ਤੇਰਾ ਹੁਕਮ ਤੇਵੈ ਤਿਵ ਹੋਵਣਾ, ਜਹ ਜਹ ਰੱਖੇ ਆਪ ਤੇ ਜਾਏ ਖੜੋਵਣਾ। ਇਹ ਜੋ ਕੁਝ ਹੋਇਆ ਸੱਚੇ ਪਾਤਸ਼ਾਹ ਤੇਰੀ ਰਜ਼ਾ ਵਿੱਚ ਹੋਇਆ। ਜੇ ਸੁੱਖ ਮਿਲਿਆ ਤੇ ਤੁਹਾਡੀ ਕਿਰਪਾ ਸਦਕਾ, ਜੇ ਅੱਜ ਕੋਈ ਵਿਜੋਗ ਦਾ ਕਾਰਨ ਆ ਗਿਆ, ਸੁੱਖ ਦੁੱਖ ਦੋਰੋਂ ਕੱਪੜੇ ਪਹਿਰੇ ਜਾਏ ਮਨੁੱਖ। ਇਹ ਕੱਪੜੇ ਜਿਸ ਤਰ੍ਹਾਂ ਅਸੀਂ ਲਾ ਲਈਦੇ ਨੇ ਤੇ ਪਾ ਲਈਦੇ ਨੇ, ਗੰਦੇ ਕੱਪੜੇ ਉਤਾਰ ਦਿੱਤੇ, ਨਵੇਂ ਸੁਥਰੇ ਕੱਪੜੇ ਪਾ ਲਏ। ਇਸੇ ਤਰੀਕੇ ਸੰਸਾਰ ਵਿੱਚ ਜੀਵਨ ਦੇ ਵਿੱਚ ਨਾ ਕਦੀ ਸਥਿਰ ਕਰਕੇ ਸੁੱਖ ਹੈ, ਨਾ ਸਥਿਰ ਕਰਕੇ ਕਦੀ ਦੁੱਖ ਰਹਿੰਦਾ ਹੈ। ਇਹ ਹਮੇਸ਼ਾ ਤਬਦੀਲੀ ਹੈ। ਗੁਰੂ ਕਿਆਂ ਨੂੰ ਮੰਨਣ ਵਾਲੇ ਦਾ ਫਰਕ ਇਹ ਹੁੰਦਾ ਹੈ, ਉਹ ਇਹਨਾਂ ਸਮਿਆਂ ਨੂੰ ਆਉਂਦੇ ਜਿਉਂ ਜਿਉਂ ਤੇਰਾ ਹੁਕਮ ਹੈ ਸੱਚੇ ਪਾਤਸ਼ਾਹ ਤੇਰਾ ਹੁਕਮ ਵਰਤਿਆ ਸਾਡੇ ਉੱਤੇ। ਅੱਜ ਸੰਤ ਬਾਲ ਸਿੰਘ ਜੀ ਇਸ ਮਾਰਗ ਤੋਂ ਬਿਆਨਾ ਕੀਤਾ। ਇਹ ਗੁਰਮੁਖ ਪਰਿਵਾਰ ਦੀਆਂ ਨਿਸ਼ਾਨੀਆਂ ਨੇ। ਆਪਣੇ ਪਿਤਾ ਪੁਰਖਾਂ ਦੀ ਯਾਦ ਵਿੱਚ ਇਸੇ ਤਰੀਕੇ ਬੈਠ ਕੇ ਨਿਤਨੇਮ ਕਥਾ ਕੀਰਤਨ ਕਰਨਾ ਇਹ ਗੁਰੂ ਮਰਿਆਦਾ ਹੈ। ਸਾਹਿਬ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਸਦ ਦਾ ਉਚਾਰਨ ਕੀਤਾ। ਸਤਿਗੁਰੂ ਜੀ ਨੇ ਉੱਥੇ ਫਰਮਾਨ ਕੀਤਾ। ਸਤਿਗੁਰੂ ਜੀ ਆਂਦੇ ਨੇ ਅੰਤੈ ਸਤਿਗੁਰੂ ਬੋਲਿਆ, ਮੈਂ ਪਿੱਛਾ ਕੀਰਤਨ ਕਰੇ ਹੋ ਨਿਰਵਾਣ ਦਿਓ, ਕੇਸੋ ਗੋਪਾਲ ਪੰਡਤ ਸਦਿਓ ਹਰਿ ਹਰਿ ਕਥਾ ਪੜ੍ਹੈ ਪੁਰਾਣ ਦਿਓ। ਹੁਣ ਤੁਸੀਂ ਦੱਸੋ, ਇਹ ਪੰਜ ਦੇ ਪੰਜ ਸੰਪਰਦਾਵਾਂ ਸਾਰੀਆਂ ਹੀ ਗੁਰੂ ਨਾਨਕ ਨੂੰ ਮੰਨਦੀਆਂ ਨੇ, ਗੁਰਬਾਣੀ ਨੂੰ ਮੰਨਦੀਆਂ ਨੇ। ਪਰ ਕੇਵਲ ਗੁਰਬਾਣੀ ਨੂੰ ਮੱਥਾ ਟੇਕਣ ਦੇ ਨਾਲ ਗੁਜ਼ਾਰਾ ਨਹੀਂ ਨਾ ਹੁੰਦਾ। ਜਾਤੀ ਉਹ ਆਪਣੇ ਜੀਵਨ ਵਿੱਚ ਉਤਾਰੀਏ ਨਾ, ਉਹ ਆਪਣੇ ਜੀਵਨ ਵਿੱਚ ਵੈਸਾ ਸਾਡਾ ਦਿਨਚਰਿਆ ਨਾ ਹੋਵੇ। ਔਰ ਉਪਦੇਸੈ ਆਪ ਨਾ ਕਰੈ, ਕੇਵਲ ਉਪਦੇਸ਼ ਸੁਣੀ ਜਾਵੇ ਜਾਂ ਦੂਸਰਿਆਂ ਨੂੰ ਪ੍ਰਚਾਰ ਕਰੀ ਜਾਵੇ, ਆਪ ਨਾ ਕਰੇ। ਤੇ ਸਤਿਗੁਰੂ ਜੀ ਆਂਦੇ ਨੇ ਆਵਤ ਜਾਵਤ ਜਨਮੈ ਮਰੇ। ਕੇਵਲ ਜਿਹੜਾ ਇਹ ਦੇਖਣ ਵਾਸਤੇ ਕੰਮ ਕਰਦਾ ਉਹਨਾਂ ਦੇ ਇਹ ਹਾਲ ਹੁੰਦੇ ਨੇ। ਪਰ ਗੁਰੂ ਕੀ ਮਰਿਆਦਾ ਹੈ, ਜਦੋਂ ਕੋਈ ਮਾਤ ਲੋਕ ਤੋਂ ਜੀਵ ਬਿਆਨਾ ਕਰ ਦੇਵੇ, ਉਹਦੇ ਨਿਮਿਤ ਬੈਠ ਕੇ ਸਾਰੀ ਸਾਧ ਸੰਗਤ ਨਾਮ ਸਿਮਰਨ ਕਰੇ। ਉਹਨਾਂ ਜ਼ਮਾਨਿਆਂ ਦੇ ਵਿੱਚ ਗੁਰੂ ਘਰ ਦੇ ਵਿੱਚ ਪੁਰੋਹਿਤ ਹੁੰਦੇ ਸਨ। ਪੰਡੇ ਪੁਰੋਹਿਤ ਗੁਰੂ ਨਾਨਕ ਦੇ ਘਰ ਦੇ ਵਿੱਚ ਹੁੰਦੇ ਸਨ। ਗੁਰੂ ਤੇਗ ਬਹਾਦਰ ਕਈ ਰਹੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਵੀ ਇਹਨਾਂ ਨੇ ਕਰਮ ਕੀਤਾ ਹੈ। ਮੈਂ ਆਂਦਾ ਜਿੰਨੇ ਸਤਿਗੁਰੂ ਸਾਹਿਬਾਨਾਂ ਦੇ ਆਨੰਦ ਹੋਏ ਨੇ, ਵਿਆਹ ਹੋਏ ਨੇ, ਸਾਰਿਆਂ ਦੇ ਵੇਦ ਰੀਤ ਦੇ ਨਾਲ ਹੋਏ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਫੇਰੇ ਹੋਏ ਨੇ ਉਹਨਾਂ ਦੇ, ਕੋਈ ਆਨੰਦ ਨਹੀਂ ਹੋਇਆ। ਆਨੰਦ ਕਦੋਂ ਹੋਇਆ? ਜਦੋਂ ਗੁਰੂ ਨੇ ਕਰਾਇਆ। ਪਰ ਲਿਖੇ ਤਾਂ ਚੌਥੇ ਪਾਤਸ਼ਾਹ ਜੀ ਨੇ ਸਨ। ਉਹ ਲਾਵਾਂ ਜਿਹੜੀਆਂ ਚੌਥੇ ਪਾਤਸ਼ਾਹ ਜੀ ਨੇ ਲਿਖੀਆਂ ਸਨ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪ੍ਰਗਟ ਕਰਕੇ ਦਿੱਤੀਆਂ, ਜਿਹੜਾ ਹੁਣ ਫੇਰਿਆਂ ਨੂੰ ਕੋਈ ਆਨੰਦ ਦਾ ਰੂਪ ਦਿੱਤਾ ਗਿਆ। ਇਹ ਗੁਰੂ ਦੀ ਕਿਰਪਾ ਹੀ ਹੈ। ਮੈਂ ਅਰਜ਼ ਇਹ ਕੀਤੀ ਹੈ ਕਿ ਇਹਨਾਂ ਸਮਿਆਂ ਦੇ ਉੱਤੇ ਜੋ ਹੁਕਮ ਹੈ ਸਤਿਗੁਰੂ ਦੀ ਵੱਲੋਂ ਵੀ ਕੋਈ ਵੀ ਪ੍ਰਚਾਰਕ ਕਥਾ ਕੀਰਤਨ ਕੀਤਾ ਜਾਵੇ ਤੇ ਸਾਧ ਸੰਗਤ ਬੈਠ ਕੇ ਨਾਮ ਸਿਮਰਨ ਕਰੇ। ਇਹ ਹੁੰਦਾ ਕਿ ਜਿੱਥੇ ਸਤਿਗੁਰੂ ਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੌੜੀ ਸੁਖਮਨੀ ਚ ਫਰਮਾਨ ਕਰਦੇ ਨੇ, ਚਾਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਹਰ ਕਾ ਨਾਮ ਤੇਰੇ ਸੰਗ ਸਹਾਈ। ਸਨਾਤਨ ਧਰਮ ਦੇ ਵਿੱਚ ਜਦੋਂ ਕੋਈ ਜੀਵ ਬਿਆਨਾ ਕਰਦੇ, ਸਮਾਤ ਲੋਕ ਤੋਂ ਚਲਾਣਾ ਕਰ ਦੇਵੇ ਨਾ, ਤੇ ਗਰੁੜ ਪੁਰਾਣ ਦੀ ਕਥਾ ਕੀਤੀ ਜਾਂਦੀ ਹੈ। 18 ਪੁਰਾਣ ਨੇ, ਉਹਨਾਂ ਵਿੱਚੋਂ ਇੱਕ ਇਹ ਪੁਰਾਣ ਹੈ ਗਰੁੜ ਪੁਰਾਣ। ਇਹ ਗਰੁੜ ਪੁਰਾਣ ਦੀ ਜਿਹੜੀ ਕਥਾ ਹੈ ਨਾ, ਜਦੋਂ ਬਹੁਤ ਵੱਡਾ ਗ੍ਰੰਥ ਨਹੀਂ, ਬਾਜ਼ਾਰਾਂ 'ਚ ਆਮ ਮਿਲ ਜਾਂਦਾ ਹੈ, ਇਹਨੂੰ ਲੈ ਕੇ ਕਿਤੇ ਪੜ੍ਹਿਆ ਜਾਵੇ ਤੇ ਧਿਆਨ ਰੱਖਣਾ ਇਹ 'ਚ ਡਰਾਉਣੀਆਂ ਗੱਲਾਂ ਹੈਗੀਆਂ ਨੇ, ਗੱਲ ਸੱਤ ਹੈ। ਪਰ ਗੁਰਬਾਣੀ ਆਂਦੀ ਵੇਦ ਕਤੇ ਬਹੁਮਤ ਝੂਠੇ ਝੂਠਾ ਜੋ ਨਾ ਵਿਚਾਰੇ। ਇਹ ਕਿਉਂ ਨੇ ਡਰਾਉਣੀਆਂ ਗੱਲਾਂ? ਸਤਿਗੁਰੂ ਜੀ ਨੇ ਭੈ ਬਿਨ ਭਗਤ ਨਾ ਹੋਏ, ਬਿਨਾਂ ਭੈ ਤੋਂ ਭਗਤੀ ਨਹੀਂ ਜੇ ਹੁੰਦੀ। ਤੇ ਜਦੋਂ ਭਗਤੀ 'ਚ ਲੱਗ ਜਾਏਗਾ ਨਾ,
फिर ਉਹਨੂੰ ਦੁਨੀਆ ਸੰਸਾਰ ਦੇ ਭੈ ਮੁੱਕ ਜਾਣਗੇ, ਪਰ ਪਹਿਲਾ ਭੈ ਹੋਣਾ ਚਾਹੀਦਾ। ਭਜਨ ਕਰਦਿਆਂ ਵੀ, ਬਾਣੀ ਪੜ੍ਹਦਿਆਂ ਵੀ ਹਮੇਸ਼ਾ ਸਿੱਖ ਦੇ ਅੰਦਰ ਗੁਰੂ ਦਾ ਭੈ ਬਣਿਆ ਰਵੇ ਤੇ ਉਹਦਾ ਜੀਵਨ ਸਫਲ ਹੈ। ਭੈ ਨਿਕਲ ਗਿਆ ਤਾਂ ਕੰਮ ਖਤਮ। ਭੈ ਬਿਨ ਭਗਤ ਨਾ ਹੋਏ। ਭਗਤੀ ਤੇ ਦ੍ਰਿੜ ਕਰਾਉਣ ਵਾਸਤੇ ਐਸੀਆਂ ਕਥਾਵਾਂ ਨੇ ਉਹਦੇ ਵਿੱਚ ਵੀ ਇਹ ਮਾਤ ਲੋਕ ਤੇ ਆਏ ਹੋਏ ਜੀਵ, ਤੂੰ ਸੰਸਾਰ ਤੋਂ ਜਾਣਾ ਤੇ ਧਿਆਨ ਰੱਖੀ ਅਗਾਂਹ ਜਾ ਕੇ ਤੇਰੇ ਨਾਲ ਇਹ ਤਸੀਹੇ ਦਿੱਤੇ ਜਾਣਗੇ ਜੇ ਤੂੰ ਭਜਨ ਨਾ ਕੀਤਾ। ਇਹ ਉਹਦੇ ਸਿਧਾਂਤ ਦਿੱਤਾ ਗਿਆ। ਗਰੁੜ ਪੁਰਾਣ ਦੇ ਵਿੱਚ ਵੀ ਕਥਾ ਆਉਂਦੀ ਹੈ ਕਿ ਇੱਕ ਨਦੀ ਹੈ ਜਿਸ ਨੂੰ ਆਖਿਆ ਜਾਂਦਾ ਵੈਤਰਨੀ ਨਦੀ। ਹੁਣ ਧਿਆਨ ਰੱਖਣਾ, ਇਹ ਵੈਤਰਨੀ ਨਦੀ ਗੁਰਬਾਣੀ 'ਚ ਵੀ ਆਈ ਹੈ। ਇਹ ਵੈਤਰਨੀ ਨਦੀ ਹੈ ਕੈਸੀ? ਇਹਦੇ ਵਿੱਚ ਕੀ ਵਗਦਾ ਹੈ? ਇਹਦੇ ਵਿੱਚ ਆਮ ਸਧਾਰਨ ਪਾਣੀ ਨਹੀਂ ਵਗਦਾ। ਕੋਈ ਗੰਗਾ ਦਾ ਜਲ ਨਹੀਂ ਵਗਦਾ, ਕੋਈ ਜਮਨਾ ਦਾ ਜਲ ਨਹੀਂ ਵਗਦਾ, ਕੋਈ ਗੋਦਾਵਰੀ ਨਹੀਂ ਵਗਦੀ, ਕੋਈ ਸਤਲੁਜ ਬਿਆਸ ਨਹੀਂ ਵਗ ਰਿਹਾ, ਕੋਈ ਗੰਦਾ ਨਾਲਾ ਵੀ ਨਹੀਂ ਵਗ ਰਿਹਾ। ਇਹਦੇ ਵਿੱਚ ਕੀ ਵਗਦਾ ਹੈ? ਆਂਦੇ ਲਹੂ ਤੇ ਪਾਕ। ਲਹੂ ਤੇ ਪਾਕ ਜਿਹੜੀ ਹੁੰਦੀ ਨਾ, ਇਹਦਾ ਮਿਸ਼ਰਤ ਜਿਹੜਾ ਹੁੰਦਾ ਇਹ ਇਸੇ ਤਰੀਕੇ ਦੀ ਇੰਨੀ ਦੁਰਗੰਧ ਹੁੰਦੀ ਹੈ ਇਹਦੇ ਵਿੱਚ ਕਿ ਨਾ ਤਾਂ ਕੋਈ ਇਹਦੇ ਵਿੱਚ ਪੈਰ ਰੱਖਣ ਨੂੰ ਚਿੱਤ ਕਰਦਾ ਕਿਸੇ ਦਾ, ਤੇ ਨਾਲੇ ਮੱਖੀਆਂ ਭਿੜਕਣ ਡਈਆਂ ਹੁੰਦੀਆਂ ਨੇ, ਬੁਰਾ ਹਾਲ ਦੇ ਵਾਂਕੇ ਦਿਹਾੜੇ। ਆਂਦੇ ਤੇ ਉਹ ਜੀਵ ਆਤਮਾ ਇੱਥੇ ਪਹੁੰਚਦੀ ਹੈ ਨਾ, ਤੇ ਇੱਥੇ ਜਿਹੜੇ ਜਮਗਣ ਹੁੰਦੇ ਨੇ ਉਹਨਾਂ ਦੇ ਵਿੱਚ ਨਦੀ ਪਾਰ ਕਰਨੀ ਪਏਗੀ। ਕਹਿੰਦਾ ਠੀਕ ਹੈ ਜੀ, ਕਰਨਾ ਹੈ। ਤੇ ਪੈਰ ਰੱਖਣ ਦੀ ਕੋਸ਼ਿਸ਼ ਕਰਦਾ, ਦੁਰਗੰਧ ਬੜੀ ਹੁੰਦੀ ਹੈ, ਤਿਲਕਣ ਤੋਂ ਡਰਦਾ ਹੈ। ਆਂਦਾ ਕੋਈ ਜਤਨ ਕੀਤਾ ਜਾਵੇ, ਇਨਸਾਨ ਦਾ ਸੁਭਾਅ ਹੈ। ਕਿਤੇ ਡਾਕਟਰ ਦੇ ਕੋਲ ਵੀ ਜਾਏਗਾ ਨਾ, ਉਹ ਧੰਨਵਾਦ ਬੰਦਾ ਕਹਿੰਦਾ ਵੀ ਮੈਂ ਫੀਸ ਡਬਲ ਦੇ ਦਿਆਂਗਾ, ਮੇਰਾ ਨੰਬਰ ਪਹਿਲਾਂ ਲਵਾ ਦਿਓ। ਤੇ ਜੇ ਕਿਤੇ ਹੋਰ ਵੀ ਕਿਤੇ ਮੰਦਰ ਗੁਰਦੁਆਰੇ, ਆਮ ਗੁਰਦੁਆਰਿਆਂ 'ਚ ਵੀ ਹੁਣ ਹੌਲੀ ਹੌਲੀ ਸਾਡੇ ਚੱਲਣ ਹੌਲੀ ਹੌਲੀ ਆ ਗਿਆ, ਪਰ ਕਿਤੇ ਕਿਤੇ ਵੇਖਣ ਨੂੰ ਮਿਲਦਾ। ਪਰ ਮੰਦਿਰਾਂ 'ਚ ਬਹੁਤ ਪ੍ਰਧਾਨਗੀ ਹੁੰਦੀ ਹੈ ਇਸ ਗੱਲ ਦੀ। ਪੈਸੇ ਜਿਹੜਾ ਬਹੁਤੇ ਦੇ ਦਿਓ ਤੇ ਭਗਵਾਨ ਦੇ ਮੰਦਿਰ ਦੇ ਬਿਲਕੁਲ ਅੱਗੇ ਜਾ ਕੇ ਖੜਾ ਕਰ ਦਿੱਤਾ ਜਾਂਦਾ ਵੀ ਜਾ ਕੇ ਇੱਥੋਂ ਦਰਸ਼ਨ ਕਰ ਲੈ। ਕਿਆ ਪੈਸਾ ਪ੍ਰਧਾਨ ਹੈ? ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਵੀ ਜੀਵਾਤਮਾ ਜੋ ਜਾ ਕੇ ਪਹੁੰਚੀ, ਸੁਭਾਅ ਬਣਿਆ ਹੋਇਆ, ਐਸਾ ਸੁਭਾਅ ਬਣਿਆ ਹੋਇਆ ਜੀਵਨ 'ਚ। ਆਂਦਾ ਵੀ ਕੋਈ ਤਰੀਕਾ ਕੀਤਾ ਜਾਵੇ, ਮਸਲਾ ਹੱਲ ਕਰ ਲਓ, ਕੁਛ ਦੇ ਲੈ ਕੇ ਤਾਂ ਮੈਨੂੰ ਇਹ ਨਦੀ ਪਾਰ ਕਰਾ ਦੇ। ਆਂਦੇ ਲੈ ਲਵਾਂਗੇ। ਕੀ ਦੇਗਾ? ਹੁਣ ਦੱਸੋ ਕੀ ਚਾਹੀਦਾ ਤੁਹਾਨੂੰ ਮੇਰੇ ਤੋਂ? ਹੁਣ ਜੀਵਾਤਮਾ ਤੋਂ ਕੋਈ ਧਨ ਪਦਾਰਥ ਤਾਂ ਲੈ ਕੇ ਗਈ ਨਹੀਂ ਹੁੰਦੀ। ਹੁੰਦਾ ਕੀ ਆ ਉਹਦੇ ਕੋਲ? ਕਿਤੇ ਕਰਾਇਆ ਹੋਇਆ ਅਖੰਡ ਪਾਠ, ਕਿਤੇ ਲੰਗਰ ਕਰਾਏ ਹੋਏ, ਕਿਤੇ ਇਸ਼ਨਾਨ ਕੀਤੇ ਹੋਏ, ਕਿਤੇ ਕਿਸੇ ਹੋਰ ਨੂੰ ਤੀਰਥ ਯਾਤਰਾ ਕਰਾਈ ਹੋਈ, ਜਾਂ ਕਿਸੇ ਪ੍ਰਕਾਰ ਦੀ ਕਿਸੇ ਦੀ ਮਦਦ ਕੀਤੀ ਹੋਈ। ਇਹ ਜਿਤਨੀਆਂ ਚੀਜ਼ਾਂ ਨੇ ਇਹ ਅੱਗੇ ਜਾ ਕੇ ਆ ਜਾਂਦੀਆਂ ਨੇ। ਆਂਦੇ ਫਲਾਣੇ ਵੇਲੇ ਤੂੰ ਹਵਨ ਕਰਾਇਆ ਸੀ? ਆਂਦਾ ਹਾਂਜੀ ਕਰਾਇਆ ਸੀ। ਆਂਦੇ ਲਿਆ ਫਿਰ ਉਹਦਾ ਫਲ ਦੇ ਤੈਨੂੰ ਅੱਗੇ ਲਗਾ ਦਿੰਦੇ ਆ। ਇਹ ਦਿੱਤਾ ਜੇ ਸੰਕਲਪ ਕੀਤਾ, ਉਹ ਜੋ ਥੋੜਾ ਤੁਰਦਾ ਆਂਦਾ ਵੀ ਕੰਮ ਤੇਰਾ ਮੁੱਕ ਗਿਆ, ਹੋਰ ਦੇਣਾ ਪੈਣਾ ਤੈਨੂੰ ਕੁਛ ਨਾ ਕੁਛ। ਆਂਦਾ ਲੈ ਜੀ ਕੀ ਦੇਵਾਂ? ਫਲਾਣੇ ਵੇਲੇ ਆਹ ਕੰਮ ਕਰਾਇਆ ਸੀ, ਹਾਂਜੀ ਕੀਤਾ ਸੀ, ਉਹ ਵੀ ਫਲ ਦੇ ਦੇ। ਆਂਦੇ ਸਾਰਾ ਕੁਛ ਜਿਤਨਾ ਇਹ ਪੁੰਨ ਕਰਮ ਹੁੰਦਾ ਸਾਰਾ ਖੋਹ ਲਿਆ ਜਾਂਦਾ ਹੈ ਕੇਵਲ ਨਾਮ ਤੋਂ ਸਿਵਾਏ। ਨਾਮ ਦਾ ਗੁਣ ਨਹੀਂ ਕੋਈ ਖੋਦਾ। ਤਾਂ ਹੀ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਤਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਪੂਹਾ ਹਰ ਕਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਭੈਣ ਭਰਾ ਹੋਰ ਰਿਸ਼ਤੇਦਾਰੀ ਸੰਬੰਧੀ ਸਾਡੇ ਕਿਸੇ ਨੇ ਸਾਥ ਨਹੀਂ ਦੇਣਾ, ਉੱਥੇ ਤੇਰਾ ਜਪਿਆ ਹੋਇਆ ਤੇਰਾ ਨਾਮ ਜੋ ਤੂੰ ਸਿਮਰਨ ਕਰਦਾ ਹੈ ਉੱਥੇ ਵੀ ਤੇਰੀ ਮਦਦ ਕਰੇਗਾ। ਧਿਆਨ ਰੱਖਣਾ, ਇਸ ਵੇਲੇ ਅਸੀਂ ਸਤਪਾਲ ਸਿੰਘ ਹੋਰਾਂ ਨੂੰ ਕਿਸੇ ਤਰੀਕੇ ਦੀ ਕੋਈ ਚੀਜ਼ ਨਹੀਂ ਪਹੁੰਚਾ ਸਕਦੇ, ਪਰੰਤੂ ਇਸ ਵੇਲੇ ਕੀਤਾ ਹੋਇਆ ਨਾਮ ਜਪ, ਇਹ ਪੜ੍ਹੀ ਹੋਈ ਬਾਣੀ, ਇਹਦਾ ਸਾਰੇ ਦਾ ਸਾਰਾ ਜਦੋਂ ਇਹ ਕਥਾ ਕੀਰਤਨ ਦਾ, ਮੇਰੇ ਤੋਂ ਪਹਿਲਾਂ 2 ਦਿਨ ਇੱਥੇ ਸਾਡੇ ਮਹੰਤ ਜੀ ਕਿਰਪਾ ਕਰਦੇ ਰਹੇ ਨੇ, ਇਹਨਾਂ ਨੇ ਕਥਾ ਕੀਤੀ ਹੈ। ਉਹ ਕਥਾ ਦਾ ਤੇ ਅੱਜ ਦੇ ਕੀਤੇ ਹੋਏ ਦੀਵਾਨ ਦਾ ਤੁਸੀਂ ਸਾਰੀ ਸਾਧ ਸੰਗਤ ਬੈਠ ਕੇ ਸਿਮਰਨ ਕਰਦੇ ਹੋ। ਇਹਦਾ ਸਾਰਿਆਂ ਦਾ ਹੁਣ ਆਪਾਂ ਕਰਨੀ ਹੈ, ਜਦੋਂ ਦੀਵਾਨ ਦੀ ਸਮਾਪਤੀ ਹੋਣੀ, ਅਰਦਾਸ ਹੋਣੀ ਹੈ, ਅਰਦਾਸ ਕੀਤੀ ਜਾਣੀ ਹੈ। ਉਦੋਂ ਫਿਰ ਬੇਨਤੀ ਕੀਤੀ ਜਾਂਦੀ ਗੁਰੂ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸ ਸਮੇਂ ਦਾ ਕੀਤਾ ਹੋਇਆ ਨਾਮ ਜਪ ਜੋ ਵੀ ਸਾਧ ਸੰਗਤ ਨੇ ਕੀਤਾ ਹੈ, ਇਸ ਸਮੇਂ ਦੇ ਵਿੱਚ ਕੀਤਾ ਹੋਇਆ ਜੋ ਵੀ ਗੁਰਬਾਣੀ ਦਾ ਕੀਰਤਨ ਹੋਇਆ, ਸੱਚੇ ਪਾਤਸ਼ਾਹ ਇਹਦਾ ਸਾਰਾ ਮਹੱਤਵ ਸੰਤਾਂ ਦੀ ਜੀਵਾਤਮਾ ਨੂੰ ਫਲੀਭੂਤ ਹੋਵੇ। ਮੈਂ ਨਾ ਸੰਸਾਰ ਮੰਡਲ ਦੀ ਕੋਈ ਚੀਜ਼ ਨਹੀਂ ਇਸ ਵੇਲੇ ਉੱਥੇ ਪਹੁੰਚ ਸਕਦੀ। ਸਭ ਰਸਨਾ ਪਵਿੱਤਰ ਕਰੋ ਤੇ ਕੱਢ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਅੱਜ ਕੱਲ੍ਹ ਇਹ ਸ਼ਰਾਧਾਂ ਦੇ ਦਿਨ ਚੱਲ ਰਹੇ ਨੇ, ਤੇ ਮੈਂ ਥੋੜਾ ਜਿਹਾ ਪ੍ਰਕਰਨ ਇਹ ਤੇ ਥੋੜੀ ਜਿਹੀ ਅਰਜ਼ ਕਰਾਂ। ਮਹਿਤਾ ਕਾਲੂ ਜੀ ਨੇ ਆਪਣੇ ਘਰ ਸ਼ਰਾਧ ਕੀਤਾ ਵੱਡੇ ਵਡੇਰਿਆਂ ਦਾ। ਮਹਿਤਾ ਕਾਲੂ ਜੀ ਨੇ ਜਦੋਂ ਇਹ ਕਰਮ ਕੀਤਾ ਤੇ ਬ੍ਰਾਹਮਣ ਗਣ ਆਉਂਦੇ ਸਨ ਸ਼ਰਾਧ ਵਾਸਤੇ। ਬੜੇ ਬ੍ਰਾਹਮਣ ਆਏ, ਬੜਾ ਕੁਛ ਪਦਾਰਥ ਬਣਾਇਆ, ਪ੍ਰਸ਼ਾਦਾ ਛਕਾਇਆ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ ਨਾ, ਪੰਗਤ ਵੀ ਸਾਰੀ ਹੋ ਗਈ, ਭਾਵ ਲੰਗਰ ਵਰਤ ਗਿਆ, ਲੰਗਰ ਛਕ ਲਿਆ, ਦਕਸ਼ਣਾ ਵੀ ਦੇ ਦਿੱਤੀ।
ਹੁਣ ਵਿਦਿਆ ਹੋਣ ਲੱਗੇ ਨਾ ਤੇ ਪੰਡਤ ਆਖਣ ਵੀ ਪੋਤਰਾ ਆ ਕੇ ਮੱਥਾ ਟੇਕ ਲੈ ਤਾਂ ਚੰਗੀ ਗੱਲ ਹੈ ਸਾਨੂੰ ਵੀ ਕੁਝ ਫਲ ਮਿਲ ਜਾਵੇ ਉਹਦੇ ਦਾਦੇ ਦਾ ਸੀ ਸਰਾਧ ਵਾਸਤੇ ਆਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਲਾ ਜਾ ਕੇ ਸੱਦਿਆ, ਆਂਦਾ ਮਹਾਰਾਜ ਕਿਰਪਾ ਕਰੋ ਤੇ ਦੀਵਾਨ ਚਲੋ। ਗੁਰੂ ਨਾਨਕ ਦੇਵ ਜੀ ਆਏ, ਪਿਤਾ ਜੀ ਦੇ ਆਖਣ ਤੋਂ ਨਾ ਪ੍ਰਣਾਮ ਤਾਂ ਸਾਰਿਆਂ ਨੂੰ ਕਰ ਦਿੱਤੀ, ਸਾਰਿਆਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਣਾਮ ਕੀਤੀ। ਪ੍ਰਣਾਮ ਕਰਨ ਉਪਰੰਤ ਜਦ ਸਾਰੇ ਵਿਦਾ ਹੋ ਗਏ ਨਾ, ਹੁਣ ਵਿਦਾਇਗੀ ਹੋ ਗਈ ਉਧਰੋਂ ਸਾਰਿਆਂ ਦੀ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੇ ਭੋਲੇ ਹੋ ਕੇ ਪਿਤਾ ਜੀ ਨੂੰ ਪੁੱਛਿਆ, ਪਿਤਾ ਜੀ ਇਹ ਅੱਜ ਕੀ ਕਰਾਇਆ ਇੱਥੇ? ਆਂਦੇ ਤੇਰੇ ਦਾਦੇ ਦੀ ਤੇਰੀ ਦਾਦੀ ਦੇ ਨਿਮਿਤ, ਮੇਰੇ ਜਿਤਨੇ ਵੱਡੇ ਬਜ਼ੁਰਗ ਨੇ ਨਾ ਸਾਰੇ ਪਿਤਰਾਂ ਦੇ ਨਿਮਿਤ ਆਪਾਂ ਅੱਜ ਸ਼ਰਾਧ ਕੀਤਾ ਹੈ। ਅੱਜ ਜਿਹੜਾ ਹੁਣ ਕੱਲ ਦਾ ਦਿਨ ਆਣਾ ਹੈ ਨਾ, ਉਹਨੂੰ ਦੱਸਿਆ ਜਾਂਦਾ ਅਮਾਵਸ ਹੈ, ਪਿਤਰ ਪਕਸ਼ ਦੀ ਅਮਾਵਸ ਹੈ। ਜਿਹਦੀ ਕੋਈ ਤਿਥੀ ਨਾ ਪਤਾ ਹੋਵੇ ਤਾਂ ਮੱਸਿਆ ਵਾਲੇ ਦਿਨ ਉਹਦਾ ਸ਼ਰਾਧ ਕਰ ਦਿੱਤਾ ਜਾਂਦਾ ਹੈ। ਇਹ ਸਨਾਤਨ ਜਗਤ ਦੀ ਗੱਲ ਹੈ, ਝੂਠੀ ਇਹ ਵੀ ਕਿਤੋਂ ਨਹੀਂ, ਪਰ ਜਿੱਥੇ ਜਿੱਥੇ ਜਿਹੜਾ ਲੱਗਾ ਹੋਵੇ ਨਾ ਉਹਨੂੰ ਉਹ ਸ਼ਰੀਅਤ ਮੁਤਾਬਕ ਆਪਣਾ ਜੀਵਨ ਦਾ ਨਿਰਵਾਹ ਕਰਨਾ ਚਾਹੀਦਾ। ਅਸੀਂ ਗੁਰੂ ਨਾਨਕ ਨੂੰ ਮੰਨਦੇ ਆ, ਗੁਰੂ ਨਾਨਕ ਦੇ ਕਥਨਾਂ ਅਨੁਸਾਰ, ਗੁਰਬਾਣੀ ਦੇ ਕਥਨਾਂ ਅਨੁਸਾਰ ਸਤਿ ਨੇ ਕਬੀਰ ਦੀ ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸਰਾਧ ਕਰਾਹੀ। ਸਾਡਾ ਕਰਮ ਇਹ ਹੈ ਵੀ ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ। ਠੀਕ ਹੈ, ਉਹਨਾਂ ਦੇ ਨਿਮਿਤ ਕਦੀ ਵੀ ਹੋਵੇ, ਪਰਿਵਾਰ ਦੇ ਵਿੱਚ ਸੰਪੰਨਤਾ ਹੋਵੇ ਤੇ ਸਾਲ ਵਿੱਚ ਕਦੀ ਵੀ ਉਹਨਾਂ ਦੇ ਨਿਮਿਤ ਮੇਲਾ ਕੀਤਾ ਜਾਵੇ, ਕਰਾਉਣਾ ਚਾਹੀਦਾ, ਪਰ ਸਪੈਸ਼ਲ ਸ਼ਰਾਧ ਕਰਕੇ ਕੀਤਾ ਜਾਵੇ ਇਹ ਚੀਜ਼ ਵਾਸਤੇ ਵਰਜਿਤ ਹੈ। ਮਹਿਤਾ ਕਾਲੂ ਜੀ ਨੇ ਦੱਸਿਆ ਵੀ ਵੱਡੇ ਬਜ਼ੁਰਗਾਂ ਦੇ ਨਿਮਿਤ ਅੱਜ ਸ਼ਰਾਧ ਕੀਤਾ ਹੈ। ਆਂਦੇ ਸ਼ਰਾਧ ਤਾਂ ਕੀਤਾ ਹੈ, ਇਹ ਪੰਡਤਾਂ ਨੇ ਕੀ ਕੀਤਾ ਤੇ ਆ ਕੇ ਜੋ ਕੁਝ ਛਕਿਆ ਨਾ ਤੇਰੇ ਵੱਡੇ ਬਜ਼ੁਰਗਾਂ ਨੂੰ ਪਹੁੰਚਿਆ ਸਾਰਾ। ਅੱਛਾ, ਗੁਰੂ ਨਾਨਕ ਦੇਵ ਜੀ ਆਂਦੇ ਫਿਰ ਸਾਲ 'ਚ ਇੱਕ ਵਾਰੀ ਕਰਦੇ, ਫਿਰ ਸਾਲ ਭਰ ਭੁੱਖੇ ਰਹਿੰਦੇ ਹੋਣਗੇ ਉਹ। ਆਂਦੇ ਨੇ ਜਿੰਨਾ ਛਕ ਲੈਂਦੇ ਨੇ ਉਹਨਾਂ ਨੂੰ ਸਾਲ ਭਰ ਵਾਸਤੇ ਪਹੁੰਚ ਜਾਂਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਹੈ ਤੇ ਮੇਰੇ ਪਿਤਾ, ਸੰਸਾਰ ਮੰਡਲ ਵਾਸਤੇ ਮੇਰੇ ਪਿਤਾ ਨੇ, ਪਰ ਗਿਆਨ ਦਾ ਹਾਲੇ ਚਕਸ਼ੂ ਨਹੀਂ ਖੁੱਲਿਆ। ਸਤਿਗੁਰੂ ਕਹਿੰਦੇ ਨੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਜਿਸ ਨੂੰ ਜਣਾ ਦੇਣ, ਜਿਸ ਨੂੰ ਨਾ ਜਣਾ ਉਹਨੂੰ ਗਿਆਨ ਹੀ ਨਹੀਂ ਹੋ ਸਕਦਾ। ਜੋ ਸਾਰੇ ਵਿਦਾ ਹੋ ਗਏ ਨਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੜੇ ਹੋਏ ਤੇ ਮਹਿਤਾ ਕਾਲੂ ਜੀ ਨੂੰ ਆਖਣ ਲੱਗੇ, ਪਿਤਾ ਜੀ ਹੁਣ ਮੇਰੇ ਆਖੇ ਤੁਸੀਂ ਬ੍ਰਾਹਮਣਾਂ ਦੇ ਆਖੇ ਲਾ ਕੇ ਸਭ ਕੁਝ ਕੀਤਾ ਹੈ, ਮੈਂ ਤੁਹਾਡੇ ਕਹੇ ਮੁਤਾਬਕ ਸਾਰਿਆਂ ਨੂੰ ਪ੍ਰਣਾਮ ਕੀਤੀ ਹੈ, ਸਭ ਕੁਝ ਕਰ ਦਿੱਤਾ, ਜੁੱਠੀਆਂ ਪਤਲਾਂ ਵੀ ਚੱਕ ਦਿੱਤੀਆਂ ਨੇ, ਸਫਾਈ ਵੀ ਕਰ ਦਿੱਤੀ ਹੈ, ਹੁਣ ਥੋੜੀ ਜਿਹੀ ਇੱਕ ਮੇਰੀ ਗੱਲ ਮੰਨੋ। ਦੱਸੋ ਕੀ ਗੱਲ ਹੈ? ਮਹਿਤਾ ਕਾਲੂ ਨੂੰ ਆਖਿਆ ਵੀ ਤੁਸੀਂ ਨੇਤਰ ਬੰਦ ਕਰੋ। ਮਹਿਤਾ ਕਾਲੂ ਜੀ ਨੇ ਨੇਤਰ ਬੰਦ ਕੀਤੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਮੱਥੇ ਤ੍ਰਿਕੁਟੀ ਜਿਹੜੀ ਭਾਵ ਜਿੱਥੇ ਭਾਵ ਤਿਲਕ ਲੱਗਦਾ ਹੈ ਨਾ, ਉੱਥੇ ਆਪਣੇ ਸੱਜੇ ਹੱਥ ਦਾ ਅੰਗੂਠਾ ਰੱਖਿਆ, ਚਾਰੋਂ ਉਂਗਲਾਂ ਮੱਥੇ ਤੇ ਟਿਕਾਈਆਂ ਨਾਲ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਪਿਤਾ ਜੀ ਹੁਣ ਜਿਹੜਾ ਧਿਆਨ ਨਾਲ ਵੇਖੋ ਤੁਹਾਨੂੰ ਕੁਝ ਦਿਖੇਗਾ। ਹੁਣ ਇਹ ਵਾਕ ਗੁਰੂ ਨਾਨਕ ਦੇ ਨੇ ਦਿਖੇਗਾ, ਹੁਕਮ ਹੁੰਦਿਆਂ ਸਰ ਦਿਸਣਾ ਸ਼ੁਰੂ ਹੋ ਗਿਆ, ਨੇਤਰ ਬੰਦ ਨੇ ਦਿਸਣਾ ਸ਼ੁਰੂ ਹੋ ਗਿਆ। ਕਿਆ ਦਿਸਿਆ? ਜਿਤਨੇ ਵੱਡੇ ਬਜ਼ੁਰਗ ਜਿਤਨਿਆਂ ਨੂੰ ਮਹਿਤਾ ਕਾਲੂ ਜੀ ਜਾਣਦੇ ਸਨ, ਦਾਦੇ ਪੜਦਾਦੇ ਤੇ ਜਾਣਦੇ ਸਨ, ਉਹਨਾਂ ਨੇ ਹੋਰਨਾਂ ਦੀ ਵਾਕਬਕਾਰੀ ਕਰਾਈ, ਇਹ ਫਲਾਣਾ, ਇਹ ਫਲਾਣਾ, ਇਹ ਫਲਾਣਾ ਹੈ, ਇਹ ਤੇਰਾ ਇਹ ਲੱਗਦਾ, ਇਹ ਤੇਰਾ ਇਹ ਲੱਗਦਾ। ਰਿਸ਼ਤੇਦਾਰੀ ਬਰਾਦਰੀ ਬੜਾ ਵੱਡਾ ਕੁੜਬਾ ਮਹਿਤਾ ਕਾਲੂ ਨੇ ਦੇਖਿਆ, ਤੇ ਮਹਿਤਾ ਕਾਲੂ ਨੇ ਸਾਰਿਆਂ ਨੂੰ ਰਾਮ ਰੁਪਈਆ ਬੁਲਾਇਆ ਤੇ ਬਾਅਦ ਚੋਂ ਆਖਿਆ ਵੀ ਜੋ ਮੈਂ ਸ਼ਰਾਧ ਕਰਨਾ ਹੈ ਉਹ ਠੀਕ ਪਹੁੰਚ ਜਾਂਦਾ ਤੁਹਾਡੇ ਤੇ। ਬੰਦੇ ਕਾਲੂ ਉਹ ਤੈਨੂੰ ਹਾਲੇ ਵੀ ਗਿਆਨ ਨਾ ਹੋਇਆ? ਹਾਂਜੀ ਕੀ ਹੋਇਆ? ਮੈਂ ਸਾਲ ਤੇ ਸਾਲ ਸ਼ਰਾਧ ਕਰਨਾ ਤੁਹਾਡੇ ਨਿਮਿਤ, ਇਹ ਪਦਾਰਥ ਪਹੁੰਚਦਾ ਕਿ ਨਹੀਂ ਪਹੁੰਚਦਾ? ਤੇ ਸਾਰੇ ਆਖਣ ਲੱਗੇ ਮੈਂ ਤਾਂ ਤੇਰੇ ਕੀਤਿਆਂ ਤੇ ਸਾਡੇ ਕੋਲ ਹਾਲੇ ਤੇ ਕੁਝ ਵੀ ਨਹੀਂ ਅਪੜਿਆ, ਕੁਝ ਵੀ ਨਹੀਂ ਪਹੁੰਚਿਆ। ਆਂਦਾ ਫਿਰ ਮੇਰੇ ਸ਼ਰਾਧ ਕੀਤੇ ਨੇ ਤਾਂ ਤੂੰ ਆਪਣੇ ਲਈ ਕਰੀ ਜਾਣਦੇ, ਪੁੰਨਦਾਨ ਕਰ ਆਪਣੇ ਤਰੀਕੇ ਦੇ ਨਾਲ, ਪਰ ਕੋਈ ਕਾਮਨਾ ਰੱਖ ਕੇ ਪੁੰਨਦਾਨ ਨਾ ਕਰ, ਇਹ ਕਾਮਨਾ ਵਾਸਤੇ ਕਰਨਾ, ਪਰ ਸਾਡੇ ਕੋਲ ਕੁਝ ਨਹੀਂ ਪਹੁੰਚਦਾ ਤੇਰਾ। ਪਰ ਧਿਆਨ ਰੱਖੀ, ਜਿੱਦਣ ਦੇ ਤੇਰੇ ਘਰ ਗੁਰੂ ਨਾਨਕ ਨੇ ਅਵਤਾਰ ਧਾਰਿਆ ਨਾ, ਉਧਰ ਤੋਂ ਅਸੀਂ ਸਾਰੇ ਜਣੇ, ਕੋਈ ਨਰਕਾਂ ਸਾਂ, ਕੋਈ ਘੋਰ ਨਰਕ ਵਿੱਚ, ਕੋਈ ਕਿਤੇ ਸੀ, ਕੋਈ ਕਿਤੇ ਰੁੜਦਾ ਫਿਰਦਾ ਸੀ, ਅਸੀਂ ਅਨੇਕਾਂ ਜੂਨੀਆਂ ਤੇ ਭਰਮਦੇ ਫਿਰਦੇ ਸਾਂ, ਪਰ ਜਦੋਂ ਦਾ ਤੇਰੇ ਘਰ ਨਾਨਕ ਨੇ ਅਵਤਾਰ ਧਾਰਿਆ ਨਾ, ਉਹ ਅਸੀਂ क्षण ਸਾਡੇ ਸਾਰਿਆਂ ਦੀ ਮੁਕਤੀ ਹੋ ਗਈ ਹੈ, ਤੇ ਅਸੀਂ ਹੁਣ ਸੁਰਗਾਂ ਵਿੱਚ ਸਾਡਾ ਵਾਸਾ ਹੋ ਗਿਆ। ਮਹਿਤਾ ਕਾਲੂ ਦੇ ਨੇਤਰ ਖੁੱਲੇ ਤੇ ਬਰਦਾਸ਼ਤ ਨਾ ਹੋਇਆ, ਉਹ ਜੋ ਸੁਪਨਾ ਜੋ ਸੀਰ ਦੇਖਿਆ ਸੀ ਨਾ, ਬਰਦਾਸ਼ਤ ਨਾ ਹੋਇਆ, ਚਰਨਾਂ ਤੇ ਡਿੱਗ ਪਏ ਗੁਰੂ ਨਾਨਕ ਦੇ। ਤੇ ਪਿਤਾ ਜੀ ਨੂੰ ਆਖਣ ਲੱਗੇ, ਨਹੀਂ ਪਿਤਾ ਜੀ ਤੁਹਾਡਾ ਐਸਾ ਕਰਨਾ ਬਣਦਾ ਨਹੀਂ, ਇਹ ਜੋ ਕੁਝ ਹੈ ਤੁਸੀਂ ਕਰ ਰਹੇ ਹੋ ਚੰਗੀ ਗੱਲ ਹੈ, ਪਰ ਇਹ ਜਿਹੜਾ ਕੁਝ ਕਰ ਰਹੇ ਹੋ ਨਾ, ਇਹ ਨਿਸ਼ਕਾਮਤਾ ਦੇ ਨਾਲ ਕਰੋ। ਧਿਆਨ ਰੱਖਣਾ,
ਲੋਕੀ ਗੁਰਬਾਣੀ ਦਾ ਪਾਠ ਕਰਦੇ ਆ, ਅਸੀਂ ਸਾਰੇ ਜਣੇ ਕਰਦੇ ਆ, ਅੰਮ੍ਰਿਤ ਵੇਲੇ ਉੱਠੀਦਾ। ਅੱਜ ਕੱਲ ਵੈਸੇ ਪ੍ਰਯੋਗ ਦੇ ਦਿਨ ਚੱਲ ਰਹੇ ਨੇ, ਹਰੇਕ ਬੰਦੇ ਦਾ ਅਸੀਂ ਗ੍ਰਸਤੀਆਂ ਕੋਈ ਨਾ ਕੋਈ ਕਾਮਨਾਵਾਂ ਜਾਗ ਪੈਂਦੀਆਂ, ਸਾਡਾ ਇਹ ਕੰਮ ਹੋ ਜਾਵੇ, ਐਤਕੀ ਮੈਂ ਪ੍ਰਯੋਗ 'ਚ ਰੱਖਣਾ ਤੇ ਮੈਂ ਬਾਹਰਲਾ ਨਹੀਂ ਛੱਡਣਾ, ਫਲਾਣਾ ਨਹੀਂ ਕਰਨਾ, ਜੇ ਨਹੀਂ ਕਰਨਾ, ਉਹ ਨਹੀਂ ਕਰਨਾ, ਮੇਰਾ ਇਹ ਕੰਮ ਸਿੱਧ ਹੋ ਜਾਵੇ। ਸਤ ਸੰਗਿਓ, ਤੇ ਨਿਸ਼ਕਾਮਤਾ ਦੇ ਨਾਲ ਅਸੀਂ ਪ੍ਰਯੋਗ ਕਰਾਂਗੇ, ਨਿਸ਼ਕਾਮਤਾ ਦੇ ਨਾਲ ਅਸੀਂ ਜਪ ਤਪ ਅਨੁਸ਼ਠਾਨ ਕੁਛ ਵੀ ਕਰਾਂਗੇ, ਸਾਡੀ ਕੋਈ ਕਾਮਨਾ ਨਹੀਂ ਜਿੱਥੇ ਅੱਗੇ ਆਏਗੀ। ਸਤ ਸੰਗਿਓ, ਸੇਵਾ ਕਰਤ ਹੋਏ ਨਹਿਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਸੁਆਮੀ ਸਾਨੂੰ ਦੀ ਪ੍ਰਾਪਤੀ ਹੋ ਜਾਵੇਗੀ ਨਾ, ਧਿਆਨ ਰੱਖਣਾ, महात्मा जन बड़े जने एक गल्ला समझाने वास्ते करते हैं, आंदे गृहस्थ आश्रम को सिद्ध करने के लिए हमें धन की जरूरत होती है। गल सच्ची है, आंदे माया की लोड़ है, पर असी लक्ष्मी के पिछे ना भजिए, माया पति के पिछे भजिए, भाव विष्णु भगवान के शरणागत हो जाओ। भट्टां दे मुताबिक जितने अवतार हुए ने गुरु नानक देव को लग के वर्तमान श्री सतगुरु दे सिंह सच्चे पातशाह सारे विष्णु के अवतार ने। ਇਹਦੀ ਮੈਂ ਛੋਟੀ ਜਿਹੀ ਪੁਸ਼ਟੀ ਹੋਰ ਦਵਾਂ, ਵਿਸ਼ਨੂੰ ਦੇ ਅਵਤਾਰ ਸਤਿਗੁਰੂ ਉਦੇ ਸਿੰਘ ਜੀ ਦੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਸਨਾਤਨ ਧਰਮ ਵਿੱਚ ਮੇਰਾ ਆਣਾ ਜਾਣਾ ਬਹੁਤਾ, ਮੇਰਾ ਵਿਹਾਰ ਹੀ ਕਾਰੋਬਾਰ ਹੀ ਮੇਰਾ ਕੁਛ ਇਦਾਂ ਦਾ ਹੈ, ਜਗਰਾਤੇ ਚੌਂਕੀਆਂ ਕਰਦਾ। ਤੇ ਮੈਂ ਬਰਸਾਨੇ ਗਿਆ ਹੋਇਆ ਸਾਂ ਪ੍ਰੋਗਰਾਮ ਕਰਨ ਵਾਸਤੇ। ਇੱਕ ਜਗ੍ਹਾ ਰਾਤ ਮੈਂ ਕੀਰਤਨ ਕਰਕੇ ਜਿੱਥੇ ਮੇਰੀ ਡਿਊਟੀ ਸੀ ਮੈਂ ਕਰਕੇ ਤੇ ਉੱਠਿਆ ਤੇ ਮੈਂ ਤੁਰਨ ਲੱਗਾ, ਮੇਰੇ ਨਾਲ ਦੇ ਸੰਗੀਤ ਤੁਰ ਪਏ, ਅਸੀਂ 5-6 ਜਣੇ ਗਏ ਸਾਂ। पिछों आवाज आई, 2-3 बार, तीसरी बार आवाज आई, नामधारी जी जरा रुक जाओ। तो मैं नामधारी करना, इसमें रुक गया। एक ब्राह्मण देवता आए थे, उन्होंने ना आंदिया मेरे पैरी हथ लाए, मैं भी बड़ा जतन किया, पर हार उन्होंने जफ्फी पा के ना मैंने आंदे ने आपको देखा है ना तो सतगुरु उदय सिंह जी की याद आ गई। वो जो इतनी गल उन्होंने की ना सत्संगियों, हालांकि कोई मैं उत्थे गा के उठा था, मैं कोई थकिया नहीं सी होया, पर जो इतनी गल कही ना तो कई बार करण तो नहीं होता, ये विराग जो उत्पन्न होता एकदम ही हो जाता है। मेरे नेत्र सजल हो गए, वो मेरे नेत्र सजल होए तो उन्होंने भी हो गए ना, वो कुछ बोल सकन ना मैं कुछ बोल सका। वो मैं जफ्फी पा के बड़ी देर खड़े रहे ते वो नाल उन्होंने ब्राह्मण बड़े सारे सीगे नाल, वो लुधियाने रहते ने, पंडित दीपक शास्त्री करके उन्होंने नाम है, आचार्य दीपक शास्त्री जी। ते ने हमने ना शास्त्रों में पढ़ा है कि विष्णु भगवान के चरणों में लक्ष्मी होती है, ये पढ़ा है हमने, पर देखा कभी नहीं। देखने में तो सतगुरु उदय सिंह जी को देखा, सतगुरु उदय सिंह जी विष्णु के अवतार है, और चरणों में लक्ष्मी वास करती है। सत्संगियों, वो आंदे ने भाई मैं जगराते लाइन च महंत था, तो वो मैंने जानते जानते महंत जी मैं आपको सच बताऊं, चीची उंगली के नाल वाली जिहड़ी उंगल होंदी ब्राह्मण इहदे नाल मत्थे ते तिलक करते हैं, कहते इस उंगली को मैं सवेरे उठते ही प्रणाम करता हूँ, अपनी उंगली को। मैं कहा क्यों, क्या कारण है? उन्होंने मैं दसिया भी एक बार सतगुरु उदय सिंह सच्चे पातशाह लुधियाने चरण पाण वास्ते आए, ते मंदिर की कमेटी ने अर्ज बेनती की थी, कृपा करो तुसीं मंदिर च भी चरण पाओ। ते सतगुरु उदय सिंह सच्चे पातशाह मंदिर जदों गए, आंदे प्रमुख पंडित उसका मैं आते मेरी ड्यूटी लगी भी सतगुरु जी के गल च फुलमाला भी धारण करवानी है, तिलक भी करना ते आरती भी करनी है। आंदे जब ये कर्म करने वास्ते मेरी ड्यूटी लगी ना, आंदे उदों तक मेरी श्रद्धा नहीं सी कोई सतगुरु जी के प्रति, पर जदों मैं गले फुलमाला अर्पण की है ना गले ते उधर स्वस्ति वाचन हो रहा सी, मंत्र उच्चारण किए जा रहे थे, ब्राह्मण कर सारे कर रहे सन। आंदा मैनूं बहुत दृष्टांत होया भी सतगुरु जी दे विच पता नहीं कितने देवी देवता समा जाते हैं, कितना इन्हें चों निकलते हैं, कितने आके फिर समा जाते हैं। आंदे एक बार मैं मंदिर च देखा मूर्तियां लगियां, वो सारियां पिछे देखा तो सारियां विच समा जाण सतगुरु दे सिंह जी दे, सारे आसन खाली हो गए। एक फिर जगह देखा तो सारे आसन उसे तरीके लगे होए। आंदे जब ये हाल देखा ना, तो जदों मैं मस्तक ते तिलक किया, आरती की, उधर दा मेरे कर्म जाग पे ने कि मैं विष्णु भगवान के मस्तक ते तिलक किया है, समय के पैरे के मालक के मस्तक ते तिलक किया, मेरे कर्म कितने चंगे। और मैनूं हाले भी कभी कितने मिल जाना, तो वो मैनूं बड़े बार प्रेम के नाल आते हैं, कभी आप भी इस उंगली को प्रणाम कर लो, ये उंगली ने सतगुरु उदय सिंह जी का स्पर्श किया हुआ है। मैं ना एक वो लोग ने जिहड़े कोई सतगुरु जी के नेड़े नहीं आए हुए, जिन्होंने पहली बार दर्शन किया है, उन्होंने सतगुरु जी ने ऐसा ज्ञान करा दिता है। मैं अर्ज कर रहा सा
मैं तो कालू जी नूं उदों फिर एक ज्ञान होया, आंदे तेरे घर विष्णु दे अवतार, गुरु नानक देव सच्चे पातशाह विष्णु अवतार तेरे घर प्रगटे ने, ते तू उन्होंने अपना बाल क्याणा समझ के कुछ वाधा घाटा ना किया कर। ते मैं तो कालू जी आते ने और मेरे हाथ ने तो चपेड़ मारी है गुरु नानक के मुंह के उत्ते, मैं प्रशादा भी छकण लगदा ना, मैं बड़ा यत्न करता कि प्रशादा किते कोर तोड़ के बुरकी तोड़ के मुंह च पा लवां। आंदे जद मैं मुंह दे कोल ते लैके जाना ना, मैनूं चपेड़ मारी चेते आ जाती है, तो मेरे तो प्रशादा उत्थे छुट जाता। गुरु नानक देव सच्चे पातशाह जी नूं उदासी तो वापस आए ते बेबे नानकी ने आख्या बे वीरा बापू तो ना प्रशादा नहीं जे छकिया जाता। आंदे क्यों? आंदे तुहाडे मूंह ते चपेड़ मारी सी ना बापू ने, ते तां करके उदण तो बापू अपने आप को अपराधी मानता है ते प्रशादा नहीं छकदा, कई दिन प्रशादा नहीं छकदे। गुरु नानक देव सच्चे पातशाह एवं तो नहीं ना आख्या भी 3 पा गरीबी लैके दरगाह चो मात लोग ते उतरे ने। गुरु नानक देव सच्चे पातशाह जी दया दे समुंदर आके मेहता कालू जी दे चरण स्पर्श भी कीते ते नाले आख्या पिता जी जे ए प्यार भरिया हाथ मैनू ना लगदा ते अज मेरे तो भी भजन नहीं से होना। मैं ओदे विच भी अपने पिता दी कोई गलती कोई कसूर नहीं कढिया, इहो ही आख्या जे किते तुसीं मेरे ते एक कृपा उदों ना करदे ते अज मेरे तो भजन नहीं सी होना। जे मेरे तो भजन हुंदा है ते तुहाडे दित्ते हुए रस्ते तो तुहाडी दित्ती हुई ये प्रेम दी चपेड़ तो ही मेरे तो भजन हुंदा, ते मेरे तो भजन भी नहीं सी हुंदा। मैं अर्ज अज कीती है नामदेव जी का, मैं शब्द सतगुरु जी की कृपा द्वारा मेरे अगे आया ते वो आंदे नाम है प्रीत नारायण लागी। प्रीत 3 प्रकार की होती है, एक होती है कच्ची, एक होती है पक्की, एक होती है सच्ची। ये 3 प्रकार की प्रीत है। कच्ची प्रीत कैसी होती है? सोहनी ते महिवाल दे किस्से अज तो ही चलते हैं। समा बनया सोहनी महिवाल नूं मिलण वास्ते ना चना पार करके जाती हुंदी सी रोज, ते घर दा काम सी, घुमियारी काम सी, ते घड़ा मुद्दा मारना ते ओहदे ते ढिड थल्ले घड़ा मुद्दा मार के ते सारा चना पार कर जाना, ते जाके महिवाल नूं मिल के ते फिर परत के आ जाना। बड़ा परिवार ने समझाया पर सोहनी ना टली। एक दिन भरजाइयां ने की कीता, वो कच्चा घड़ा उन्होंने घेरू ला के ते पक्कियां दे विच धर दित्ता, जिथों घड़ा चक के तुरदी सी उत्थे कच्चा घड़ा धरिया। सोहनी वो कच्चा घड़ा लैके जो चना दे विच गई ना, थोड़ी जी अगाह वधी ते वो घड़ा खुरन लगा ते सोहनी वापस नहीं उत्थों आई। सोहनी आंदी भावें अज मेरे नाल दगा ही होया है, और मर क्यों ना जावां, पर घरों तुरियां होइयां मिलण वास्ते। कबीर जी था फरमान करते ने, अंदर कबीर सतगुरु को मिलने जाइए साथ ना लीजिए कोई, पाछे पाँव ना दीजिए आगे होए सो होए। ते भाई सोहनी भी आंदी अगे जेड़ा कुछ होंदा सो हो जावे, शरीर बचदा बचे जांदा है तां जावे, पर मैं महिवाल वाले पासे मुंह करदा, मैं परत के घर नहीं जाना। वो कच्चा घड़ा खुर गया, वो जो कच्चा घड़ा खुरन लगा ना, वो फिर महिवाल नूं वाजा मार दिया, अपने प्यार नूं वाजा मार दिया, ते अपने अल्लाह ताला नूं वाजा मार के आंदी की है, हाँ जी सोहनी विच वेचना दे नारे मार दी, ओ रब्बा मैनूं मिला दे महिवाल वे। यार मिल दे, मेरा प्रीतम मिल दे, मेरा सज्जन मैनूं मिल दे, पर यह प्रीत रही कच्ची।
ਨਿਭ ਨਹੀਂ ਸਕੀ ਤੋੜ। ਕੋਈ ਗੱਲ ਕੋਈ ਗੱਲ ਕੋਈ ਗੱਲ। दूसरे पासे प्रीत होती है तो इसको आख्या जाता है सच्ची प्रीत, पक्की प्रीत। गुरबाणी कहता है ढूंढ सज्जन संत पक्किया, वो जिवंदे विछड़े वो मोया ना जाई छोड़। मंत्री को घर कोई काम पै गया ते तां करके चले ने, आए तो सीगे साडा साथ देने वास्ते, इन्हां दा बहुत बहुत धन्यवाद। पर समय मुताबिक सारी गल होंदी है। सुख है आंदे ढूंढ सज्जन संत पक्किया, वो जिवंदे विछड़े को मोया ना जाई छोड़। किते संत दे नाल प्रीत पै जावे ना ते वो साधु करदा की है, संत करदा की है, जीवन की तब्दीली करके रख दिंदा है, जीवन नूं बदल के रख दिंदा है। समा बनया एक सेठ जी किसी कारण को विहार करके वो घरों तुरे ते विहार वास्ते किते जाना सी ते समान सी बहुता। स्टेशन तो उतरे, पुछ पड़ताल की भी कोई इत्थे ऐसा बंदा हो मेरा समान लै जाए। सेठ जी बड़े कंजूस सन ते सारे आखन लगे भी जो भी गल करन ते पैसे दस्सण ज्यादा। सेठ होदा दा सौदा ना बनिया। करदे करांदे ते एक ने दस्सिया भी तेरा साडे नाल तां सौदा नहीं जे बनना। वो अगे देख के बैठा है ना, जिहड़ा बौरियां जिहड़ियां खिलरियां ने, कहंदा हां जी, आंदा ना ही भाई सस्ता है, ये भाई सस्ते कोल चले जा। अच्छा गया जाके राम संत बुलाई ते भाई सस्ते नाल गलबात कीती। आंदा ठीक है मैं लै जावांगा तेरा समान, जितने रुपए इसने तय कीते सेठ ने, आंदा मैं इन्नियां दी लै जावांगा, चिंता ना कर। लो जी सेठ दा समान लैके ये भाई सस्ता तुर पिया। ये जो तुरया ना ते थोड़ी दूर वध गया ते करदे करांदे तकरीबन अद्धा पैंडा तय होण लगा ना ते भाई सस्ता आंदा है सेठा तेरा मेरा काम नहीं जे बनना ते मेरे सिरों समान लवा दे सारा, होर कोई कुली कर लै। सेठ जी आंदे ने भी इस वेले तो कोई इत्थे कुली मिलना ही नहीं, धोखा कीता तू मेरे नाल। आंदा धोखा नहीं कीता, एक गल करनी भुल गया। सेठ आंदा तैनूं दुगनी मजदूरी दे देवांगा पर मेरा काम कर, मेरा समान लै चल। आंदा पैसिਆਂ की कोई गल नहीं। फिर गल की है? आंदा भी गल ये है कि मैं जिहदे भी समान लैके जावां ना ते मेरी शर्त हुंदी है या ते रब दे घर दी कोई गल तू सुना दे या रब दे घर दी कोई गल सुन लै। ते सेठ होरी आंदे मन च सोचिया भी मैं ते रब वाल कदी गया ही नहीं, जो गया नहीं तो सानू घर आएगी भी कित्थों गल। आंदा चलो कोई ना कोई तो कथा कहानी सुनाएगा, कोई गल्लां करेगा तो टाइम पास हो जाएगा वधिया। आंदा ठीक है जी भी मैनू तो आंदी नहीं कोई रब दे घर की गल, पर तुसीं सुना दिओ। आंदा मैं सुनावांगा, हंगूरा विच भरदा रही, हाँ हाँ करदा रही विच। कहंदा ठीक है। करदियां करांदियां सेठ जी ने कथा सुननी शुरू की तो करदियां करदियां अपने घर अप्पड़ गए। जो पहुंच गए ना घर पहुंचे तो समान उतारिया, वेड़े विच रखिया ते सेठ होरां ने दित्ती जो मजदूरी बनती सी ते कुछ उपरों लगे पैसे देण। ते वो आंदा जी उपरले पैसे नहीं जे मैनूं चाहीदे, मैनूं मेरी मजदूरी चाहीदी है। अपनी मजदूरी लई ते सेठ होरां ने विदायगी लगे मंगण। ये भाई सस्ता तुरिया देवड़ियों बाहर आ गया, वापस परत के फिर अंदर आ गया। आंदा सेठ जी एक गल दस देवां। आंदा दस। सेठा तेरे कोल 7 दिन रह गए ने केवल, तू चले जाना मात लोग। तो जो बड़ियां सत्संग दीयां गल्लां सुनियां सदा सेठ होरां ने ते मन च विचार आया होवे ना झूठ तां नहीं बोलण वाला लगदा। तू सेठा संसार तो चले जाना है, तेरा समा आ गया, तेरे सिर ते काल नगारा बजदा है। 7 दिन तेरे कोल टोटल रह गए ने ते तू देखी जदों मात लोग तो तू जाना है, चित्रगुप्त के कोल पहुंचाई जाएगी तेरी जीवात्मा ते तेरा सारा लेखा जोखा खोलिया जाना। तू धर्म का कोई काम नहीं किया, कोई पुण्यदान नहीं किया, पर ये जो मेरे नाल तेरा सत्संग होया ना, ये तेनू केवल ते केवल 2 घड़ियां दा स्वर्ग मिलना है, केवल 2 घड़ियां दा। ते
ਅੰਤਲੇ ਪੰਨੇ ਤੇ ਜਾ ਕੇ ਅਖੀਰਲੇ ਵਿੱਚ ਜਾ ਕੇ ਲਿਖੀ ਜਾਣੀ ਹੈ ਤੇਰੀ ਗੱਲ। ਤੇ ਜਦੋਂ ਚਿੱਤਰਗੁਪਤ ਤੈਨੂੰ ਪੁੱਛੇ ਨਾ ਵੀ 2 ਘੜੀਆਂ ਪਹਿਲਾਂ ਸਵਰਗ ਲੈਣਾ ਹੈ ਕਿ ਪਹਿਲਾਂ ਨਰਕ ਭੋਗਣਾ ਹੈ, ਤੇ ਤੂੰ ਆਖੀ ਜੀ ਮੈਨੂੰ 2 ਘੜੀਆਂ ਸਵਰਗ ਦੀਆਂ ਪਹਿਲਾਂ ਦੇ ਦਿਓ। ਹੁਣ ਜਦੋਂ ਕਿਸੇ ਨੂੰ ਦੱਸ ਹੀ ਦਿੱਤਾ ਜਾਵੇ ਨਾ ਫਲਾਨਿਆ ਤੂੰ, ਕਈ ਵਾਰ ਹੁੰਦਾ ਹੈ ਡਾਕਟਰ ਹਕੀਮ ਵੈਦ ਆਖਦੇ ਨੇ ਵੀ ਹੁਣ ਤੁਸੀਂ ਸੇਵਾ ਕਰ ਲਓ ਵੀ ਕੋਈ ਸਾਡੀ ਵਾਹ ਨਹੀਂ ਲੱਗਦੀ, ਪਰ ਇਨਸਾਨ ਉਸ ਵੇਲੇ ਇਨਸਾਨ ਤੋਂ ਭਜਨ ਨਹੀਂ ਖੁਰਦਾ, ਬਾਣੀ ਵਾਲੇ ਪਾਸੇ ਧਿਆਨ ਨਹੀਂ ਜਾਂਦਾ, ਸੋਚਦਾ ਕੀ ਹੈ ਇਹ ਡਾਕਟਰ ਨੇ ਨਾ ਕਰ ਦਿੱਤੀ ਦੂਸਰੇ ਡਾਕਟਰ ਕੋਲ ਜਾਈਏ, ਹੋਰ ਕਿਸੇ ਹਕੀਮ ਨੂੰ ਲੱਭ ਲਓ, ਕੋਈ ਵਧੀਆ ਵੈਦ ਲੱਭ ਲਓ, ਪਰ ਭਜਨ ਬਾਣੀ ਵਾਲੇ ਪਾਸੇ ਨਹੀਂ ਜਾਇਆ ਜਾਂਦਾ। ਇਨਸਾਨ ਦਾ ਸੁਭਾਅ ਐਸਾ ਹੁੰਦਾ ਹੈ। ਕਰਦਿਆਂ ਕਰਾਉਂਦਿਆਂ ਸ਼ਬਦ ਰੀਝ ਪਏ ਤੇ ਭਾਈ ਸਸਤਾ ਆਂਦਾ ਉਰੇ ਆ ਜਾ, ਤੇਰੇ ਕੰਠ ਮੈਂ ਮੰਤਰ ਦੇ ਛੱਡਦਾ, ਗੁਰੂ ਮੰਤਰ, ਤੂੰ ਇਹਦਾ ਜਾਪ ਕਰੀ ਜਾਈ ਤੇ ਦੇਖੀ ਤੈਨੂੰ ਸਵਰਗਾਂ 'ਚ ਅਸੀਂ ਮਿਲਾਂਗੇ ਤੇ ਤੈਨੂੰ ਆਵਾਜ਼ ਮਾਰਾਂਗੇ ਸਾਡੇ ਕੋਲ ਬਹਿ ਜੀ, ਤੇਰਾ ਕੁਛ ਨਹੀਂ ਵਿਗੜਦਾ। ਸਤ ਬਚਨ ਜੀ। ਹੁਣ ਸੇਠ ਲੱਗਾ ਭਜਨ ਕਰ, ਹੁਣ ਭਜਨ ਤੋਂ ਬਿਰਤੀ ਨਹੀਂ ਉਪਰਾਮ ਹੁੰਦੀ, ਅੱਕਦਾ ਵੀ ਨਹੀਂ, ਥੱਕਦਾ ਵੀ ਨਹੀਂ, ਕੰਮ ਵੀ ਕਰੀ ਜਾਂਦਾ ਹੈ। हाथ पाँव कर काम कर चीत निरंजन नाल, एडा मन फिट हो गया वधिया भजन दे विच। करदियां करांदियां अज वो दिन आ गया। सेठ होरी मात लोग जो चले गए ने, जीवात्मा लैके चित्रगुप्त दे कोल पहुंचे, हिसाब किताब होया। हिसाब किताब जो होण लगा ना ते को आंदा जी तेरे कर्मां च स्वर्ग लिखे नहीं, कोई चंगे काम नहीं कीते। चित्रगुप्त जी थोड़ा जिहा अगां होर देख लो, अगले पन्ने ते देख लो, करदियां करांदियां अखीर विच लिखिया 2 घड़ियां दा स्वर्ग, केवल 2 घड़ियां। आंदे 2 घड़ियां दा स्वर्ग है। आंदा महाराज मैनूं ये दे दिओ, फिर तां नरकां च जाणे, दे दिओ 2 घड़ियां दा स्वर्ग। ते चित्रगुप्त ने आख्या भी 2 घड़ियां वास्ते इहनूं स्वर्ग विच छड्ड दिओ। अपने बंदियां नूं आख्या जिहड़े गए भी तुसीं जमगणा नूं आख्या भी 2 घड़ियां वास्ते स्वर्गां विच जाएगा, पर ध्यान रखी ਜਦੋਂ ਤੈਨੂੰ ਆਵਾਜ਼ ਮਾਰੀ ਜਾਵੇ ਤਾਂ ਉਸੇ ਵੇਲੇ ਸਵਰਗਾਂ ਤੋਂ ਬਾਹਰ ਆ ਜਾਈਂ, ਨਹੀਂ ਤੇ ਬੜਾ ਮਾਰ ਮਾਰੀ ਜਾਏਗੀ ਤੈਨੂੰ। ਕਹਿੰਦਾ ਠੀਕ ਹੈ ਜੀ, ਬੜਾ ਡਰਾ ਕੇ ਭੇਜਿਆ। ਇਹ ਜਦੋਂ ਗਿਆ ਨਾ ਅੱਗੇ ਸਵਰਗਾਂ 'ਚ ਪੈਰ ਹੀ ਧਰਿਆ ਤੇ ਦੇਖਿਆ ਕਿ ਇੱਕ ਆਸਣ ਲੱਗਾ ਹੋਇਆ ਉੱਚਾ, ਤਖਤ ਦੇ ਉੱਤੇ ਸੰਤ ਬੈਠੇ ਹੋਏ ਨੇ। ਜਦੋਂ ਬੜੇ ਧਿਆਨ ਦੇ ਨਾਲ ਦੇਖਿਆ ਤੇ ਕੌਣ, ਉਹੀ ਭਾਈ ਸਸਤਾ ਉੱਥੇ ਵਿਰਾਜਮਾਨ ਹੈ, ਕਥਾ ਕਰ ਰਿਹਾ। ਭਾਈ ਸਸਤੇ ਨੇ ਇਸ਼ਾਰਾ ਕੀਤਾ ਗਾ ਆ ਜਾ। ਇਹ ਅੱਗੇ ਗਿਆ। ਜਦੋਂ ਅੱਗੇ ਵਧਿਆ ਤੇ ਭਾਈ ਸਸਤੇ ਨੇ ਆਖਿਆ ਤੂੰ ਆਰਾਮ ਦੇ ਨਾਲ ਇੱਥੇ ਬੈਠ ਜਾ ਮੇਰੇ ਕੋਲ, ਤੂੰ ਚਿੰਤਾ ਨਾ ਹੋ ਕਰ। ਤੇ ਬਾਹਰੋਂ ਆਵਾਜ਼ਾਂ ਆਉਣ ਲੱਗਿਆ ਸੇਠ ਜੀ ਵਾਪਸ ਆ ਜਾਓ। ਇਹ ਆਖੇ ਜੀ ਮੈਨੂੰ ਆਵਾਜ਼ਾਂ ਪੈਂਦੀਆਂ ਨੇ, ਹੁਣ ਮੈਂ ਕੀ ਕਰਾਂ। ਆਂਦੇ ਤੂੰ ਚਿੰਤਾ ਨਾ ਕਰ, ਉਹਨਾਂ ਦੀ ਹਿੰਮਤ ਨਹੀਂ ਪੈਣੀ ਕਿ ਅੰਦਰ ਆ ਜਾਣ, ਤੇ ਅੰਦਰੋਂ ਤੂੰ ਬਾਹਰ ਜਾਈ ਨਾ। ਜੇ ਤੂੰ ਬਾਹਰ ਜਾਵੇਂਗਾ ਤਾਂ ਉਹਨਾਂ ਦੇ ਹੱਥੇ ਚੜੇਗਾ, ਅੰਦਰ ਤੇਰੇ ਨਹੀਂ ਲੈਣ ਵਾਸਤੇ ਨਹੀਂ ਆ ਸਕਦੇ। मैं अर्ज की थी ना सतगुरु जी ने ढूंढ सज्जन संत पक्या, वो जीवन दे विछड़े को मोया ना जाई छोड़। और जो ऐसा हाल होया ना ते संत आंदे ने तू चिंता ना कर। साहब श्री सतगुरु अर्जन देव सच्चे पातशाह जी एक बयान करते हैं, आंदे संतन स्यो मेरी लेवा देवी, संतन स्यो व्यवहारा, संतन स्यो हम लाहा खाटिया हर भगत परे भंडारा, संतन मोको पूंजी सौंपी तो उतरे मन का धोखा, धर्म राय अब कहा करेगा जो फाटे सगला लेखा। ते पुराने सार पढ़ते थे ना, आप भी आख दिए वो जी फाड़ दिया लेखा सादा ने, 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 फाड़ दिया लेखा सादा ने। संतां दे कोल बैठा होया भजन कर रहा है, वो जेड़े जमां दी त्रासदी इस नूं मिलनी सी ना, जेड़ा इनू प्रताड़ित किया जाना सी, दंडित किया जाना सी, संतां दे संग दे नाल इस सेठ दा उद्धार हो गया। ये होंदी है पक्की प्रीत, पक्की यारी, ऐसी यारी जिहड़ी छुटदी नहीं। ध्यान रखना गुरबाणी च जिथा पाठ आया सतगुरु जी आंदे ने मेरी बांधी भगत छुड़ावे, बंद है भगत ना छूटे हो।
सतगुरु दी वालों कोई हुक्म होवे ना, सानू अनेका हुक्म ने। अमृत वेले उठण दा हुक्म है, सने केसी इशनान करन दा हुक्म है, पंजा बाणियां दे नितनेम करन दा हुक्म है, नाम सिमरन 1 घंटा करन दा हुक्म है, भगवतियां दी माला कीती जावे, संध्या दे समय सुध रहरास दा पाठ कीता जावे, सौण लगे कीर्तन सोले दा पाठ कीता जावे। असी सारे अपने अपने मन च झाती मारिए असी कितने क पूरे हैं, पर मंग मंगन लगे गुरु तो कोई कसर नहीं छड्डदे। सवेरे अरदास करिए, अपना तो अपना ਜਿਹੜੇ ਸਾਡੇ ਨਾਲ ਥੋੜੇ ਜਿਹੇ ਵੀ ਵਾਕਫਕਾਰ ਹੁੰਦੇ ਉਹਦਾ ਵੀ ਇਦਾਂ ਦਾ ਕੰਮ ਕਰ ਦਿਓ ਜੀ, ਉਹਦੇ ਘਰ ਪੁੱਤਰ ਨਹੀਂ ਹੁੰਦਾ ਉਹਦੇ ਘਰ ਪੁੱਤਰ ਹੋ ਜਾਊਗਾ, ਕਾਰੋਬਾਰ ਵਧੀਆ ਨਹੀਂ ਚੱਲਦਾ ਉਹਦਾ ਕਾਰੋਬਾਰ ਵਧੀਆ ਚੱਲ ਜਾਵੇ। ਇਹਨਾਂ ਕੰਮਾਂ ਨੂੰ ਅਸੀਂ ਬੜੇ ਦ੍ਰਿੜ ਰਹਿੰਦੇ ਆ, ਮੰਗਦੇ ਆ, ਬਾਰ-ਬਾਰ ਮੰਗਦੇ ਆ, ਪਰ ਜੋ ਸਾਨੂੰ ਸਤਿਗੁਰੂ ਜੀ ਵੱਲੋਂ ਹੁਕਮ ਨੇ, ਜੋ ਆਗਿਆ ਹੈ, ਉਹਦਾ ਅਸੀਂ ਪਾਲਨ ਨਹੀਂ ਕਰਦੇ। ਜੇ ਮੈਂ ਨਾ ਜੇ ਅਸੀਂ ਤਾਂ ਕੇਵਲ ਬੜੀ ਮੁਸ਼ਕਿਲ ਦੇ ਨਾਲ ਇਹ ਪ੍ਰਯੋਗ ਦੇ ਦਿਨਾਂ ਵਿੱਚ ਬਹੁਤੇ ਸੱਜਣ ਐਸੇ ਨੇ ਜਿਹੜੇ ਪ੍ਰਯੋਗ ਦੇ ਦਿਨਾਂ ਵਿੱਚ ਕਿਤੇ ਦਰਸ਼ਨ ਹੋ ਜਾਂਦਾ ਉਹਨਾਂ ਦਾ ਗੁਰਦੁਆਰਿਆਂ ਵਿੱਚ। ਆਮ ਮਹੀਨਾ 11 ਮਹੀਨੇ ਦਰਸ਼ਨ ਹੀ ਨਹੀਂ ਹੁੰਦੇ ਉਹਨਾਂ ਲੋਕਾਂ ਦੇ, ਕਿਤੇ ਸਤਿਗੁਰੂ ਜੀ ਆ ਜਾਂਦੇ ਐਸੇ ਸਿੱਖਾਂ ਦੇ ਦਰਸ਼ਨ ਹੀ ਨਹੀਂ ਹੁੰਦਾ ਕਈਆਂ ਦਾ। ਪਰ ਇਹ ਸਤਿਗੁਰੂ ਜੀ ਦੀ ਕਿਰਪਾ ਹੀ ਹੈ। ਚਲੋ ਇਹ 1 ਮਹੀਨਾ ਵੀ ਜਿਹੜਾ ਸਾਨੂੰ ਮਿਲਿਆ, ਜੇ ਅਸੀਂ ਇਹ ਵੀ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੀਏ ਤੇ ਸਤਸੰਗਿਓ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹੀ ਦਾ ਬਚਨ ਹੈ, ਜਿਹੜਾ 1 ਘੰਟਾ ਨਾਮ ਸਿਮਰਨ ਕਰੇਗਾ ਦਰਗਾਹ ਜਵਾਲੀ ਵਾਰਸ ਮੈਂ। ਦਰਗਾਹ 'ਚ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ, ਕੋਈ ਟੈਨਸ਼ਨ ਨਹੀਂ, ਕੋਈ ਫਿਕਰ, ਫਾਕੇ ਸਾਰੇ ਲਾ ਦਿਓ। ਪਰ ਕਦੋਂ ਜੇ 1 ਘੰਟਾ ਨਾਮ ਸਿਮਰਨ ਕੀਤਾ ਜਾਵੇ, ਸਾਡਾ ਨਾਮ ਸਿਮਰਨ ਕਰਨ ਲੱਗਿਆ ਵੀ ਨਾ ਸਾਡਾ ਮਨ ਇਹ ਹੁੰਦਾ ਹੈ ਨਾਲੇ ਮੋਬਾਈਲ ਚੱਲਦਾ ਰਹੇ, WhatsApp ਵੀ ਮੇਰਾ ਚੱਲਦਾ ਰਹੇ, Facebook ਵੀ ਚੱਲਦੀ ਰਹੇ, ਹੋਰ ਵੀ ਸਾਰਾ ਗੁਰਖ ਧੰਦਾ ਹੁੰਦਾ ਰਹੇ, ਕੰਮ ਵੀ ਕਰ ਮਾਈਆਂ ਕੀ ਕਰਦੇ ਨੇ, ਨਾਲੇ ਭਜਨ ਦੀ ਮਾਲਾ ਕਰਨੀ ਸ਼ੁਰੂ ਕਰ ਦਿੰਦੇ, ਨਾਲੇ ਸਾਰਾ ਘਰ ਦਾ ਝਾੜੂ ਪੋਚਾ ਕਰ ਲਿਆ, ਮੈਂ ਤਾਂ ਨਹੀਂ ਦਿੱਤੇ, ਨਾਲੇ ਕੱਪੜੇ ਵੀ ਧੋ ਲਏ। ਏਦਾਂ ਸਾਡਾ ਭਜਨ ਕਰਨਾ ਬਣਦਾ ਨਹੀਂ। ਭਜਨ ਤੇ ਸਿਮਰਨ ਦੇ 2 ਤਰੀਕੇ ਨੇ। ਗੁਰਬਾਣੀ ਦੀ ਕਥਾ ਪਾਠ ਆਇਆ, ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਚੋਟਾ ਖਾਏਗਾ। ਸਿਮਰਨ ਤੇ ਭਜਨ ਦੋਨਾਂ ਦਾ ਅਰਥ ਇੱਕੋ ਹੀ ਹੁੰਦਾ ਹੈ, ਪਰ ਇੱਥੇ ਵੱਖ-ਵੱਖ ਲਿਖਿਆ, ਉਹਦਾ ਕਾਰਨ ਵੀ ਹੈ। 2 ਪ੍ਰਕਾਰ ਦੇ ਸਿਮਰਨ ਹੁੰਦੇ ਨੇ। ਪਹਿਲਾ, ਮੇਰੇ ਜਥੇਦਾਰ ਉਸਤਾਦ ਸੇਵਾ ਸਿੰਘ ਜੀ ਇਹ ਬੜਾ ਵਧੀਆ ਇਹਦਾ ਪ੍ਰਕਰਨ ਦੱਸਿਆ ਕਰਦੇ ਸਨ, ਮੈਨੂੰ ਅਚਾਨਕ ਆ ਗਿਆ ਅੱਗੇ ਯਾਦ। ਉਹ ਦੱਸਦੇ ਹੁੰਦੇ ਸਨ, ਪਹਿਲਾ ਸਿਮਰਨ ਦੇ 2 ਚਰਨ ਨੇ। ਉਹ ਕੈਸੇ ਨੇ? ਆਂਦੇ ਬੈਕਰੀ ਬੋਲ ਕੇ ਕਥਾ ਕੀਤੀ ਜਾਂਦੀ, ਬੋਲ ਕੇ ਕੀਰਤਨ ਕੀਤਾ ਜਾਂਦਾ ਹੈ। ਤੇ ਕਥਾ ਤੇ ਕੀਰਤਨ ਕੀਤਾ ਕਿਹਦੇ ਵਾਸਤੇ ਜਾਂਦਾ? ਆਪਣੇ ਮੁਰਸ਼ਿਦ, ਆਪਣੇ ਸਤਿਗੁਰੂ, ਆਪਣੇ ਰਹਿਬਰ ਦੇ ਨਵੇਂ ਉਹਦੀ ਯਾਦ ਕੀਤੀ ਜਾਂਦੀ ਹੈ। ਕਥਾ ਹੋ ਰਹੀ ਹੈ, ਦੁਨੀਆਦਾਰੀ ਦੀ ਗੱਲਾਂ ਨਹੀਂ ਹੋ ਰਹੀਆਂ। ਕਿਸ ਵਾਸਤੇ ਕੀਤੀ ਜਾ ਰਹੀ ਹੈ? ਆਪਣੇ ਸਤਿਗੁਰੂ ਦੇ ਵਾਸਤੇ ਕੀਤੀ ਜਾ ਰਹੀ ਹੈ, ਆਪਣੀ ਸਤਿਗੁਰੂ ਦੀ ਯਾਦ ਕੀਤੀ ਜਾ ਰਹੀ ਹੈ। ਉਹਦੇ ਬੋਲ ਕੇ ਉੱਚੀ ਲੜੀ ਕੀਤੀ ਜਾ ਸਕਦੀ ਹੈ, ਇਹ ਵੀ ਸਿਮਰਨ ਦਾ ਤਰੀਕਾ ਹੈ। ਦੂਸਰਾ ਆਂਦੇ ਨੇ ਮੱਧਮਾ ਕਿਸ ਨੂੰ ਆਖਿਆ ਜਾਂਦਾ? ਵੀ ਭਜਨ ਕਰਨਾ ਹੈ, ਉਹ ਇਤਨਾ ਮੱਧਮ ਕਰਨਾ ਹੈ ਕਿ ਅਸੀਂ ਬੋਲੀਏ ਉਹ 4 ਅੱਖਰ ਸਾਡੇ ਕੰਨਾਂ 'ਚ ਹੀ ਜਾਂਦੇ ਹੋ। ਤੇ ਗੁਰਬਾਣੀ 'ਚ ਪਾਠ ਆਇਆ, ਰਸਨਾ ਹਿਲਾ ਕੇ ਕਰਨਾ ਹੈ ਪਾਠ, ਭਜਨ ਜਿਹੜਾ ਕਰਨਾ। ਕਿਉਂ ਕਰਨਾ ਰਸਨਾ ਹਿਲਾ ਕੇ ਭਜਨ? ਸਤਿਗੁਰੂ ਜੀ ਕਹਿੰਦੇ ਰਸਨਾ ਨਾ ਜਪਈ ਨਾਮ ਤਿਲ ਤਿਲ ਕਰ ਕੱਟੀ ਹੈ। ਜੇ ਤਿਲ ਤਿਲ ਕਰਕੇ ਜੁੜੀ ਹੋਈ ਹੈ ਨਾ ਤਾਂ ਤਿਲ ਤਿਲ ਕਰਕੇ ਕੱਟ ਵੀ ਦਿੱਤੀ ਜਾਏਗੀ ਜੇ ਤੂੰ ਭਜਨ ਨਾ ਕੀਤਾ। ਇੱਕ ਮਹਾਤਮਾ ਲਿਖਦੇ ਨੇ, ਆਂਦੇ ਨਾਮ ਜਪਣ ਨੂੰ ਜੀਭਾ ਦਿੱਤੀ, ਹਰ ਦਰਸ਼ਨ ਨੂੰ ਅੱਖੀ, ਇੱਕ ਸਵਾਸ ਅਮੋਲਕ ਤੇਰਾ ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਉਹ ਜਿਸ ਬੰਦੇ ਨੂੰ ਇਤਨਾ ਘਾਟਾ ਉਹ ਬੰਦਾ ਕਿਉਂ ਕਰਦੀ? ਸਿਮਰਨ ਕਰਨਾ ਚਾਹੀਦਾ ਹੈ। ਉਹ ਦੂਸਰਾ ਤਰੀਕਾ ਹੁੰਦਾ ਹੈ ਮੱਧਮਾ ਦੇ ਵਿੱਚ ਸਾਨੂੰ ਮਾਲਾ ਦੀ ਜ਼ਰੂਰਤ ਹੈ। ਹੁਣ ਜਿਹੜੀ ਮਾਲਾ ਹੈ ਇਹਦੀ ਗਤੀ ਕਿਤਨੀ ਹੋਣੀ ਚਾਹੀਦੀ ਹੈ? ਮਾਲਾ ਦੀ ਗਤੀ ਕਿਤਨੀ ਹੋਵੇ? ਇਹਦੇ ਵਾਸਤੇ ਕਿਹੜਾ ਥਰਮਾਮੀਟਰ ਲਾਇਆ ਜਾਏਗਾ ਜੀ? ਸਕੂਟਰਾਂ 'ਤੇ ਮੀਟਰ, ਕਾਰਾਂ 'ਚ ਮੀਟਰ ਲੱਗਾ ਹੁੰਦਾ, ਇਹਦੀ ਮੀਟਰ ਇਹਦਾ ਕਿੱਦਾਂ ਸਾਨੂੰ ਪਤਾ ਲੱਗੇ ਵੀ ਕਿਤਨੀ ਗਤੀ ਹੋਵੇ? ਜਥੇਦਾਰ ਜੀ ਦੱਸਦੇ ਹੁੰਦੇ ਸਨ, ਗਤੀ ਕਿਸੇ ਨੂੰ ਨਾ ਪਤਾ ਲੱਗੇ ਨਾ ਸੌਖਾ ਕੰਮ ਹੈ। ਆਪਣੀ ਨਬਜ਼ ਤੇ ਹੱਥ ਰੱਖ ਲਓ, ਜਿੰਨੀ ਕੁ ਦੇਰ ਇਹ ਟਪ ਟਪ ਕਰਦੀ ਹੈ ਇੰਨੀ ਕੁ ਸਪੀਡ ਸਾਡੀ ਮਾਲਾ ਦੀ ਹੋਣੀ ਚਾਹੀਦੀ, ਇਸ ਤੋਂ ਤੇਜ਼ ਗਤੀ ਨਾ ਹੋਵੇ। ਭਾਵ ਸਹਿਜੇ ਸਾਨੂੰ ਭਜਨ ਕਰਨਾ ਚਾਹੀਦਾ। ਇਹ 2 ਤਰੀਕੇ ਸਿਮਰਨ ਦੇ, 2 ਤਰੀਕੇ ਨੇ ਭਜਨ ਦੇ। अब भजन कैसा होता है जी? हुण इस तो बाद तीसरी पौड़ी का नाम है, उस आख्या जाता है पश्चंती क्रिया। ये संस्कृत का शब्द है, भाव इहदा ये है अपने श्वासां दे उत्ते नियंत्रण करना, ध्यान करना। श्वास अंदर जावे तां भजन अंदर जावे, जदों श्वास विसर्जन होवे उदों श्वास के नाल बाहर भजन आवे।
ਭਾਵ ਇਤਨੀ ਗਤੀ ਨੂੰ ਹੋਰ ਧੀਮਾ ਕਰ ਲੈਣਾ, ਇਤਨਾ ਧੀਮਾ ਆਪਣੇ ਆਪ ਨੂੰ ਕਰ ਲੈਣਾ ਵੀ ਸਵਾਸਾਂ ਦੀ ਗਤੀ ਦੇ ਉੱਤੇ ਨਿਯੰਤਰਣ ਕਰਨਾ ਸ਼ੁਰੂ ਕਰ ਦੇਣਾ। ਇਤਨੇ ਤਰੀਕੇ ਦੇ ਨਾਲ ਹੋਣਾ ਚਾਹੀਦਾ, ਜਿਸ ਨੂੰ ਅੱਜ ਦੇ ਦੌਰ ਦੇ ਵਿੱਚ ਯੋਗਾ ਵਾਲੇ ਆਂਦੇ ਨੇ ਅਲੋਮ ਤੇ ਵਿਲੋਮ, ਇੱਕ ਨਾਸਕਾ ਤੋਂ ਸਵਾਸ ਲਓ, ਦੂਸਰੀ ਤੋਂ ਛੱਡੋ, ਕੁਝ ਦੇਰ ਰੋਕ ਕੇ। ਇਸੇ ਤਰੀਕੇ ਸਾਨੂੰ ਇਹ ਸਿਮਰਨ ਕਰਨਾ, ਭਜਨ ਕਰਨਾ ਚਾਹੀਦਾ। ਪਰ ਹੋਵੇਗਾ ਕਿੱਥੋਂ ਸ਼ੁਰੂ? ਜਦ ਤੱਕ ਅਸੀਂ ਮਾਲਾ ਨਹੀਂ ਫੜਾਂਗੇ ਤਾਂ ਅਸੀਂ ਅੱਗੇ ਨਹੀਂ ਤੁਰ ਸਕਦੇ। ਜੇ ਸਾਨੂੰ ਮਾਲਾ ਫੜਨ ਲੱਗਿਆ ਸੰਕੋਚ ਸ਼ਰਮ ਆਉਂਦੀ ਹੈ ਨਾ, ਧਿਆਨ ਰੱਖਣਾ ਮੰਦਿਰ ਗੁਰਦੁਆਰੇ ਲੋਕੀ ਚਲ ਜਾਂਦੇ ਨੇ। ਮੈਂ ਜਿੱਦਾਂ ਪਹਿਲਾਂ ਵੀ ਅਰਜ਼ ਕੀਤੀ ਵੀ ਮੇਰਾ ਸਨਾਤਨ ਧਰਮ ਦੇ ਵਿੱਚ ਮੰਦਿਰਾਂ 'ਚ ਬਹੁਤਾ ਆਣਾ ਜਾਣਾ, ਉੱਠ ਬੈਠ ਬਹੁਤੀ ਹੁੰਦੀ ਹੈ। ਉੱਥੇ ਜਾ ਕੇ ਨਾ ਕੋਈ ਵੀ ਕਿਸੇ ਤਰੀਕੇ ਦੀ ਨਾਮ ਸੰਕੀਰਤਨ ਦੀ ਧੁਨੀ ਕੋਈ ਕੀਤੀ ਜਾਵੇ, ਬੜੇ ਪ੍ਰੇਮ ਦੇ ਨਾਲ ਲੋਕੀ ਝੂਮਦੇ ਨੇ। ਮੈਂ ਬੜੀ ਵਾਰੀ ਉੱਥੇ ਵੀ ਇਹ ਗੱਲ ਕੀਤੀ, ਆਪਣੇ ਨਾਮਧਾਰੀ ਸਾਧ ਸੰਗਤ 'ਚ ਵੀ ਬੜੀ ਵਾਰੀ ਮੈਂ ਕਹਿੰਦਾ, ਸਾਨੂੰ ਮੋਬਾਈਲ ਨਹੀਂ ਭੁੱਲਦਾ ਕਿਸੇ ਨੂੰ ਵੀ। ਜਿਹਦੇ ਕੋਲ ਮੋਬਾਈਲ ਹੋਵੇ ਨਾ, ਉਹ ਬਿਲਕੁਲ ਨਹੀਂ ਭੁੱਲ ਸਕਦਾ। ਬੜਾ ਧਿਆਨ ਰੱਖਦਾ, ਮੋਬਾਈਲ ਚਾਹੀਦਾ ਪਹਿਲਾਂ, ਬਾਹਰ ਚੱਲਣੇ ਪਹਿਲਾਂ ਮੋਬਾਈਲ ਚਾਹੀਦਾ, ਸੌਂ ਕੇ ਉੱਠਦਾ ਪਹਿਲਾਂ ਮੋਬਾਈਲ ਦੇਖਦਾ। ਪਰ ਗੁਰਦੁਆਰੇ ਜਾਂਦਾ, ਪਤਾ ਵੀ ਮੈਂ ਕਿਉਂ ਜਾਣਾ, ਉੱਥੇ ਭਜਨ ਕਰਨ ਵਾਸਤੇ ਜਾਣਾ। ਉਸ ਵੇਲੇ ਮਾਲਾ ਚੱਕਣੀ ਬੰਦਾ ਭੁੱਲ ਜਾਂਦਾ, ਮੋਬਾਈਲ ਚੱਕਣਾ ਕੋਈ ਨਹੀਂ ਭੁੱਲਦਾ। ਮੈਂ ਕਹਿੰਦਾ ਅੱਜ ਦੇ ਜ਼ਮਾਨੇ 'ਚ ਲੋਕੀ ਪਰਸ ਭੁੱਲ ਜਾਂਦੇ ਨੇ, ਪਰ ਮੋਬਾਈਲ ਨਹੀਂ ਕਿਸੇ ਨੂੰ ਭੁੱਲਦਾ। ਮਾਲਾ ਭੁੱਲ ਜਾਂਦੀ ਹੈ। ਇਸੇ ਤਰੀਕੇ ਮਾਲਾ ਸਾਨੂੰ ਦੂਰ ਤੇ ਹੀ ਚਲੇ ਗਈ ਹੈ, ਜਿਸ ਕਰਕੇ ਸਾਡਾ ਨਾਮਧਾਰੀ ਹੈ ਨਾ, ਉਹ ਅਸੀਂ ਉਸ ਤੋਂ ਦੂਰ ਹੋਈ ਜਾਂਦੇ। ਫਿਰ ਸਾਨੂੰ ਸੰਸਾਰ ਦੇ ਦੁੱਖ ਵਿਆਪਦੇ ਨੇ, ਦੁੱਖ ਵਿਆਪਦੇ ਨੇ। ਕਦੀ ਫਿਰ ਵਰਨੀ ਕਰਾਂਦਾ, ਕਦੀ ਹਵਨ ਕਰਾਂਦਾ, ਕਦੀ ਫਲਾਣੇ ਤੋਂ ਅਰਦਾਸ ਕਰਾ ਲੈ, ਕਦੀ ਫਲਾਣੇ ਤੋਂ ਅਰਦਾਸ ਕਰਾ ਲੈ, ਮੇਰਾ ਕੰਮ ਨਹੀਂ ਪੂਰਾ ਹੁੰਦਾ। ਕੰਮ ਮਨਾ ਤੇਰਾ ਹੋਵੇ ਕਿੱਥੋਂ ਪੂਰਾ? ਹੁਕਮ ਦਾ ਸਤਿਗੁਰੂ ਜੀ ਦਾ 1 ਘੰਟਾ ਨਾਮ ਸਿਮਰਨ ਕਰ ਲੈ, ਹੋਰ ਤਾਂ ਤੇਰੇ ਤੋਂ ਕੁਝ ਮੰਗਿਆ ਹੀ ਨਹੀਂ ਤੇਰੇ ਗੁਰੂ ਨੇ। 1 ਘੰਟਾ ਦੀ 24 ਘੰਟਿਆਂ ਵਿੱਚੋਂ ਮੰਗਿਆ, 23 ਘੰਟੇ ਤਾਂ ਤੈਨੂੰ ਦੇ ਛੱਡੇ ਨਾ, ਕੇਵਲ 1 ਘੰਟਾ ਨਾਮ ਸਿਮਰਨ ਕਰਨਾ, ਕੇਵਲ। ਹਾਂਜੀ, ਇਸ ਤੋਂ ਬਾਅਦ ਇੱਕ ਸਥਿਤੀ ਹੋਰ ਆਉਂਦੀ ਹੈ, ਜਦੋਂ ਇਨਸਾਨ ਗਾ ਲਵੇ ਤੇ ਭਾਵੇਂ ਸੁਣ ਲਵੇ। ਬੈਕਰੀ ਦਾ ਭਾਵ ਹੈ ਬੋਲਣਾ ਤੇ ਸੁਣਨਾ ਇੱਕੋ ਤਰੀਕਾ ਹੁੰਦਾ ਹੈ। ਸਤਿਗੁਰੂ ਜੀ ਨੇ ਆਖਿਆ ਗਾਵਟ ਉਧਰੇ, ਸੁਣਤੇ ਵੀ ਉਧਰੇ। ਗਾਣ ਵਾਲੇ ਨੂੰ ਵੀ ਉਤਨਾ ਫਲ ਹੈ ਤੇ ਸੁਣਨ ਵਾਲੇ ਨੂੰ ਵੀ ਉਤਨਾ ਫਲ ਹੈ। ਪਹਿਲਾ ਕਥਾ ਕੀਰਤਨ ਕਰੇ ਜਾਂ ਸੁਣੇ, ਉਸ ਤੋਂ ਬਾਅਦ ਮਾਲਾ ਤੇ ਉਤਰੇ, ਸਹਿਜਤਾ ਦੇ ਨਾਲ ਮਾਲਾ ਫੇਰੇ। ਮਾਲਾ ਤੋਂ ਬਾਅਦ ਫਿਰ ਅੱਗੇ ਸਵਾਸਾਂ ਦੇ ਉੱਤੇ ਧਿਆਨ ਕੇਂਦਰਿਤ ਕਰੇ। ਉਸ ਤੋਂ ਬਾਅਦ ਇੱਕ ਹੋਰ ਅਵਸਥਾ ਮਿਲਦੀ ਹੈ, ਉਸ ਨੂੰ ਆਖਿਆ ਜਾਂਦਾ ਪਰਾ। ਪਰਾ ਅਵਸਥਾ ਕਿਆ ਹੈ? ਆਂਦੇ ਜਦ ਮੈਂ ਤੇ ਤੂੰ ਦੀ ਹੱਦ ਮੁੱਕ ਗਈ, ਫਿਰ ਅੱਲਾ ਕੀ ਤੇ ਮੌਲਾ ਕੀ। ਜਦ ਮੈਂ ਤੂੰ ਖਤਮ ਹੋਏ। ਸਾਡੇ ਉਸਤਾਦ ਜੀ ਪੜ੍ਹਦੇ ਹੁੰਦੇ ਸਨ, ਉਹਦੀ ਤੂੰ ਹੀ ਕਦਮ ਉਠਾ ਪੜਦਾ, ਅਜਬ ਇਹ ਮਾਜਰਾ ਦੇਖਾ, ਕਦਮ ਉਠਾ ਪੜਦਾ, ਅਜਬ ਇਹ ਮਾਜਰਾ ਦੇਖਾ, ਅਜਬ ਇਹ ਮਾਜਰਾ। मुझमें रहा ना हो, मैं मेरी खत्म हो गई, मैं तेनू जपद्या तेरे वर्गा हो गया। कबीर कहते तू तो करता तू हुआ, मुझमें रहा ना हो। जब आपा परका मिट गया, दुई द्वैत खत्म हो गई, तेरी मेरी खत्म हो गई। जब आपा परका मिट गया, जत देखो तत तू, फिर जिथे देखदा उत्थे मैनूं तू ही दिसदा, होर कोई दिसदा ही नहीं। हरि व्यापक सर्वत्र समाना, तुलसीदास जी रामायण विच लिखते हैं, हरि व्यापक सर्वत्र समाना, जिहड़ा घट घट विच रमिया है ना रमनहार, ओहदा सानूं दर्शन होना शुरू, ओहदा फिर दर्शन उदों होना शुरू होएगा, उस तो पहला दर्शन नहीं होता। गुरबाणी च जिथा पाठ आया, सबे घट राम बोले, रामा बोले, राम बिना को बोले दे, ਉਹ ਜਿਹੜਾ ਫਿਰ ਹਰੇਕ ਘਟਾਂ ਵਿੱਚ ਦਰਸ਼ਨ ਹੁੰਦਾ ਹੈ, ਉਦੋਂ ਫਿਰ ਦਰਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਭਾਵ ਇਹ ਇੱਕ ਸੰਤ ਦੇ ਨਾਲ ਜੁੜਨ ਤੋਂ ਇਹ ਸੇਠ ਦਾ ਕਲਿਆਣ ਹੋ ਗਿਆ, ਪ੍ਰੀਤ ਪੱਕੀ ਪੈ ਗਈ। ਮੈਂ ਤਾਂ ਕਈ ਵਾਰ ਦੇਖਾ ਦੇਖੀ ਵੀ ਪ੍ਰੀਤ ਪੈ ਜਾਂਦੀ ਹੈ। ਧੰਦਾ ਹਲਵਾ ਕੇ ਤੇ ਵਾਪਸੀ ਆਣ ਡਿਆ ਸੀ ਤੇ ਮੰਦਰ ਦਾ ਦਰਵਾਜ਼ਾ ਖੁੱਲਾ ਵੇਖਿਆ, ਜਰਾ ਬਾਹਰ ਰੁਕ ਗਿਆ, ਵੇਖਾ ਅੰਦਰ ਕੀ ਹੁੰਦਾ ਹੈ।
ਤੇ ਦੇਖਿਆ ਕਿ ਪੰਡਤ ਜੀ ਪੂਜਾ ਅਰਚਨਾ ਕਰ ਰਹੇ ਸਨ, ਠਾਕੁਰ ਪੂਜਾ ਹੋ ਰਹੀ ਸੀ ਤੇ ਕਰਦਿਆਂ ਸਭ ਕੁਝ ਦੇਖਿਆ, ਆਰਤੀ ਪੂਜਾ ਅਰਚਨਾ ਕੀਤੀ ਤੇ ਆਰਤੀ ਜੋ ਵਿਸ਼ਰਾਮ ਹੋ ਗਈ ਨਾ ਤੇ ਆਇਆ ਅੰਦਰ ਧੰਨਾ, ਆ ਕੇ ਪੁੱਛਿਆ ਵੀ ਕੌਣ ਨੇ ਇਹ ਗੀਟੇ ਪੱਥਰ ਕੌਣ ਨੇ? ਹੁਣ ਪਤਾ ਹੀ ਨਹੀਂ ਸੀ ਨਾ ਵੀ ਹੈ ਕਿ ਸਾਲਗ੍ਰਾਮ ਦੀ ਕਾਲਾ ਗੋਲ ਪੱਥਰ ਹੁੰਦਾ ਨਰਮਦਾ ਨਦੀ ਦਾ, ਤੇ ਉਸ ਨੂੰ ਸਾਲਗ੍ਰਾਮ ਆਖਦੇ ਨੇ ਤੇ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਉਹਨਾਂ ਨੂੰ। ਉਹ ਜਦੋਂ ਇਤਨੀ ਗੱਲ ਹੋਈ ਨਾ ਤੇ ਉਹ ਆਖਣ ਲੱਗੇ ਵੀ ਇਹ ਗੀਟੇ ਨਹੀਂ ਹੈਗੇ, ਭਗਵਾਨ ਨੇ, ਠਾਕਰ ਨੇ। ਅੱਛਾ, ਇਹ ਠਾਕਰ ਕਰਦਾ ਕੀ ਹੈ ਜੀ? ਆਂਦੇ ਸੰਸਾਰ ਦਾ ਸਾਰਾ ਕੰਮ ਹੀ ਇਹਨਾਂ ਤੋਂ ਚੱਲਣ ਡਿਆ। ਆਂਦਾ ਸਾਰਾ ਕੰਮ ਚੱਲਣ ਡਿਆ, ਮੇਰਾ ਤਾਂ ਕੰਮ ਨਹੀਂ ਜੇ ਮੇਰੇ ਤੋਂ ਇਕੱਲੇ ਤੋਂ ਹੁੰਦਾ, ਫਿਰ ਮੇਰਾ ਕੰਮ ਇਹ ਕਰਾਣਗੇ ਠਾਕਰ। ਕਹਿੰਦੇ ਤੂੰ ਆਖ ਕੇ ਤਾਂ ਦੇਖ, ਸਭ ਕੁਝ ਕਰਾਣਗੇ, ਪਰ ਇਹ ਮੰਨਦੇ ਬੜੇ ਔਖੇ ਨੇ। ਇਹਨਾਂ ਨੂੰ ਮਨਾਉਣ ਵਾਸਤੇ ਨਾ ਮਨੋਂ ਅਰਦਾਸ ਕਰਨੀ ਪੈਂਦੀ ਹੈ। ਗੁਰਬਾਣੀ ਦੇ ਪਾਠ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਦੇ ਜਨ ਬਣ ਕੇ ਕੀਤੀ ਜਾਵੇ ਤਾਂ। ਉਹ ਹੋਏਗੀ ਕਦੋਂ? ਬਾਹਰੋਂ ਨਹੀਂ ਹੋਏਗੀ, ਵਿਖਾਲ ਕੇ ਨਹੀਂ ਹੋਏਗੀ, ਉਹ ਅੰਦਰੋਂ ਹੋਏਗੀ, ਮਨੋਂ ਹੋਏਗੀ। ਉੱਠੀ ਹਿਰਦਿਓ ਪੁਕਾਰ, ਫਿਰ ਤੋੜ ਪਹੁੰਚੀ ਹਿਰਦਿਓ ਪੁਕਾਰ ਹੋਏਗੀ ਤਾਂ ਤੋੜ ਪਹੁੰਚੇਗੀ। ਹੋਇਆ ਕੀ? ਇਹ ਆਂਦਾ ਫਿਰ ਇਸ ਤਰ੍ਹਾਂ ਕਰ, ਮੈਨੂੰ ਠਾਕਰ ਦੇ ਮੈਂ ਆਨਾ ਹੁਣੇ। ਅੰਦਰ ਵਿੱਚ ਨਹਾ ਧੋ ਕੇ ਆ, ਇਸੇ ਤਰੀਕੇ ਦਾ ਕੰਮ ਨਹੀਂ ਬਣਨਾ। ਤੇ ਦੇਖ ਠਾਕਰ ਦੇ ਲੈਣਾ ਤੇ ਕੁਝ ਮੋਲ ਦੇਣਾ ਪੈਣਾ, ਕੁਝ ਦੇਗਾ ਤਾਂ ਠਾਕਰ ਮਿਲੇਗਾ। ਆਂਦਾ ਦੱਸ ਕੀ ਚਾਹੀਦਾ? ਕਦੀ ਆਖੇ ਬਲਦਾਂ ਦੀ ਜੋੜੀ ਦਿੰਦੇ, ਫਲਾਨੀ ਗਾਂ ਦੇ ਫਲਾਨਾ ਕਰਦੇ। ਆਂਦਾ ਕੁਛ ਲਿਆਏ। ਆਂਦਾ ਠੀਕ ਹੈ, ਮੈਂ ਤੇਰੇ ਵਾਸਤੇ ਵਧੀਆ ਬੈਲਾਂ ਦੀ ਜੋੜੀ ਲੈ ਕੇ ਆਵਾਂਗਾ, ਸੱਜਰੀ ਗਊ ਵੀ ਲੈ ਕੇ ਆਵਾਂਗਾ। ਬੜਾ ਕੁਛ ਇਹ ਲੈ ਕੇ ਧੰਨਾ ਆਇਆ, ਇਹਨੇ ਲਿਆ ਕੇ ਪਸ਼ੂ ਲਿਆ ਕੇ ਬੰਨ ਦਿੱਤੇ। ਆਂਦਾ ਫਿਰ ਛੇਤੀ ਕਰਦਾ ਦਾ ਠਾਕਰ ਦੇ ਦੇ। ਇਹਨੇ ਦੇਖਿਆ ਤਾਂ ਸੱਚਮੁੱਚ ਆ ਗਿਆ। ਹੁਣ ਇਹਦੇ ਹੱਥੋਂ ਆਪਣੀ ਜਾਨ ਕਿੱਦਾਂ ਛੁਡਾਵਾਂ? ਪੜਤਾਣੀ ਦੇ ਕੋਲ ਗਿਆ ਤਾਂ ਸਿਲਵੱਟੇ ਵਾਲਾ ਵੱਡਾ ਦੇ ਦੇ। ਉਹ ਗੋਲ ਜਿਹਾ ਉਹਦਾ ਵੱਡਾ ਸਾਰਾ। ਆਂਦਾ ਤੈਨੂੰ ਠਾਕਰ ਵੱਡਾ ਦੇਵਾਂਗਾ। ਕੱਪੜੇ ਨਾਲ ਵਲੇਟ ਕੇ ਤਿਲਕ ਕਰ ਦਿੱਤੇ, ਤਿਲਕ ਕਰਕੇ ਤਾਂ ਫੜਾਤਾ। ਆਂਦਾ ਠਾਕਰ ਵੱਡਾ ਹੈ, ਧਿਆਨ ਕਰੀ, ਪਹਿਲਾਂ ਇਹਨਾਂ ਨੂੰ ਭੋਗ ਲਵਾਉਣਾ ਹੈ, ਪੂਜਾ ਅਰਚਨਾ ਕਰਨੀ ਹੈ, ਆਪਣਾ ਇਸ਼ਨਾਨ ਕਰਨਾ ਹੈ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਸ਼ਨਾਨ ਵੀ ਕਰਾਉਣਾ ਹੈ, ਪੂਜਾ ਅਰਚਨਾ ਕਰਨੀ ਹੈ, ਜੋਤ ਕਰਨੀ ਹੈ, ਬੱਤੀ ਕਰਨੀ ਹੈ, ਆਰਤੀ ਪੂਜਾ ਆਦਿ ਕਰਨੀ ਹੋਵੇਗਾ ਤਾਂ ਕਰਾਂਗਾ, ਚਿੰਤਾ ਨਾ ਕਰ। ਧੰਨਾ ਖੂਹ ਤੇ ਲੈ ਗਿਆ, ਠਾਕਰ ਨੂੰ ਵਿਰਾਜਮਾਨ ਕੀਤਾ, ਖੂਹ ਤੋਂ ਜਲ ਕੱਢਿਆ, ਆਪ ਇਸ਼ਨਾਨ ਕੀਤਾ, ਫਿਰ ਠਾਕਰ ਨੂੰ ਲੱਗਾ ਮਲ ਇਸ਼ਨਾਨ ਕਰਾਉਣਾ। ਆਂਦਾ ਠਾਕਰਾ ਹੁਣ ਤੂੰ ਨਹਾ ਲਿਆ ਬੜਾ ਵਧੀਆ ਠੰਡੇ ਪਾਣੀ ਦੇ ਨਾਲ, ਹੁਣ ਬੈਠ, ਮੈਂ ਤੇਰੇ ਲਈ ਪ੍ਰਸ਼ਾਦਾ ਤਿਆਰ ਕਰ। ਧੰਨੇ ਨੇ ਨਾ ਮੱਕੀ ਦੇ ਪ੍ਰਸ਼ਾਦੇ ਤੇ ਸਰੋਂ ਦਾ ਸਾਗ ਤਿਆਰ ਕਰਕੇ ਨਾ ਤੇ ਭਗਵਾਨ ਦੇ ਅੱਗੇ ਰੱਖਿਆ ਤੇ ਨਾਲੇ ਛੰਨੀ ਲੱਸੀ ਦਾ ਛੰਨਾ ਰੱਖ ਦਿੱਤਾ। ਚੰਗਾ ਵਧੀਆ ਮੱਖਣ ਪਾਇਆ ਦਾ ਠਾਕਰਾ ਭੋਗ ਲਾ ਲੈ। ਆਂਦਾ ਨਹੀਂ, ਉਹ ਪੰਡਤ ਆਂਦਾ ਪਰਦਾ ਕਰਿਆ ਕਰਦਾ ਸੀ, ਤੇ ਧੰਨੇ ਨੇ ਵੀ ਨਾ ਪਰਦਾ ਥੋੜੀ ਦੇਰ ਕੀਤਾ, ਵੇਖੇ ਤੇ ਭਗਵਾਨ ਨੇ ਭੋਗ ਲਾਇਆ ਹੀ ਨਾ। ਉਹ ਕਰਦਿਆਂ ਕਰਾਂਦਿਆਂ ਪ੍ਰੀਤ ਐਸੀ ਪੈ ਗਈ, ਐਸੀ ਇਹਦੀ ਪ੍ਰੀਤ ਪਈ ਧੰਨੇ ਦੀ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਿਆ, ਤੇ ਤੀਸਰਾ ਦਿਨ ਹੋ ਗਿਆ ਤੇ ਧੰਨੇ ਨੂੰ ਮੂਰਛਾ ਹੋਣੀ ਸ਼ੁਰੂ ਹੋ ਗਈ, ਥੋੜੀ ਥੋੜੀ ਬੇਹੋਸ਼ੀ ਹੋਣੀ ਸ਼ੁਰੂ ਹੋ ਗਈ। ਧੰਨਾ ਨੇਤਰ ਖੋਲਦਾ, ਨੇਤਰ ਬੰਦ ਹੋ ਜਾਂਦੇ ਨੇ। ਆਸਰਾ ਲੈ ਕੇ ਦੀਵਾਰ ਦਾ ਤੇ ਧੰਨਾ ਬੈਠ ਗਿਆ ਤੇ ਭਗਵਾਨ ਨੂੰ ਤਰਸ ਆ ਗਿਆ। ਆਂਦੇ ਇਹ ਤਾਂ ਬੜਾ ਭੋਲਾ ਜਿਹਾ ਭਗਤ ਹੈ, ਚੱਲਾਂ ਮੈਂ ਇਹਦੇ ਕੋਲ। ਭਗਵਾਨ ਆਏ। ਹੁਣ ਉਹ ਠਾਕਰ ਉਸ ਸਾਲਗ੍ਰਾਮ ਜਿਹੜਾ ਇੱਕ ਪੱਥਰ ਵੱਡਾ ਬਣਾ ਕੇ ਦਿੱਤਾ ਸੀ ਨਾ, ਉਹ ਚ ਹੱਥ ਦੋ ਨਿਕਲੇ ਤੇ ਧੰਨਾ ਬਾਰ-ਬਾਰ ਵੇਖਦਾ ਸੀ ਵੀ ਅੱਜ ਆਣਗੇ, ਹੁਣ ਆਣਗੇ, ਘੜੀ ਨੂੰ ਆਣਗੇ। ਆਂਦੇ ਜਦੋਂ ਧੰਨੇ ਨੇ ਵੇਖਿਆ ਅੰਦਰੋਂ ਹੱਥ ਨਿਕਲੇ, ਉਹ ਕੋਰ ਤੋੜ ਕੇ ਲੱਗੇ ਨਾ ਭਗਵਾਨ ਛਕਣ, ਤੇ ਧੰਨੇ ਨੇ ਹੱਥ ਫੜ ਲਿਆ। ਆਂਦਾ ਵਾਹ ਮਹਾਰਾਜ, ਬੜੀ ਚੰਗੀ ਗੱਲ ਕੀਤੀ ਹੈ। ਮੈਂ ਤਿੰਨਾਂ ਦਿਨਾਂ ਦਾ ਭੁੱਖਾ ਬੈਠਾ, ਕੱਲਾ ਹੀ ਪ੍ਰਸ਼ਾਦਾ ਲੱਗਾ ਛਕਣ ਹੈ, ਪ੍ਰਸ਼ਾਦਾ ਛਕਣ ਵੀ ਲੱਗਾ ਤੇ ਮੈਨੂੰ ਦੱਸਿਆ ਵੀ ਨਹੀਂ, ਮੈਂ ਤੱਤੇ ਕਰ ਦਵਾਂ ਜਰਾ ਵਧੀਆ ਗਰਮ ਹੋ ਜਾਣਗੇ। ਭਗਵਾਨ ਨੂੰ ਸਾਖਸ਼ਾਤ ਉੱਥੇ ਆਣਾ ਪਿਆ, ਪ੍ਰਗਟ ਹੋਣਾ ਪਿਆ ਉਸ ਪੱਥਰ ਦੇ ਵਿੱਚ। ਭਗਵਾਨ ਪ੍ਰਗਟ ਹੋਏ ਤੇ ਧੰਨੇ ਨੇ ਭੋਗ ਲਵਾਇਆ। ਹੁਣ ਧੰਨੇ ਨੇ ਭੋਗ ਲਵਾਇਆ ਤੇ ਭਗਵਾਨ ਆਂਦੇ ਨੇ ਵੀ ਦੇਖ ਤੇਰੀ ਮੇਰੀ ਹੋ ਗਈ ਹੁਣ ਯਾਰੀ। ਤੇ ਧੰਨੇ ਆਪਣੇ ਕੰਮ ਦੱਸਦੇ ਸਾਰੇ, ਤੇ ਧੰਨੇ ਦੱਸਿਆ ਵੀ ਮੇਰੀ ਸਾਰੀ ਵਾਹੀ ਦਾ ਕੰਮ ਹੈ ਸਭ। ਭਗਵਾਨ ਦੇ ਤੂੰ ਚਿੰਤਾ ਨਾ ਕਰ, ਤੂੰ ਬੈਠ ਆਰਾਮ ਦੇ ਨਾਲ, ਮੇਰੇ ਲਈ ਪ੍ਰਸ਼ਾਦਾ ਹੋਰ ਤਿਆਰ ਕਰ, ਮੈਂ ਤੇਰੇ ਸਾਰੇ ਕੰਮ ਕਰਕੇ ਆਇਆ। ਆਂਦੇ ਠਾਕਰਾ ਕੰਮ ਬਹੁਤ ਹੈ, ਆਂਦੇ ਚਿੰਤਾ ਨਾ ਕਰ। ਭਗਵਾਨ ਨੇ ਮਿੰਟੋ ਸਕਿੰਟੋ ਸਾਰੇ ਨਿਗਾਹ ਫੇਰੀ ਤੇ ਸਾਰਾ ਕੁਝ ਸਿੱਧ ਹੋ ਗਿਆ, ਸਭ ਕੁਝ ਹਲਵਾਈ ਸਭ ਕੁਝ ਹੋ ਗਿਆ। ਦੇਖਿਆ ਤੇ ਧੰਨੇ ਦੇ ਪ੍ਰਸ਼ਾਦੇ ਨਾਲ ਭਗਵਾਨ ਆਖਣ ਲੱਗੇ ਮੈਨੂੰ ਭੁੱਖ ਲੱਗੀ, ਛੇਤੀ ਕਰ, ਪ੍ਰਸ਼ਾਦਾ ਚਾਹੀਦਾ। ਵੇਖਿਆ ਦਾ ਤੂੰ ਠਾਕਰਾ ਬੜਾ ਵਧੀਆ, ਬੜਾ ਸੋਹਣਾ, ਬੜਾ ਵਧੀਆ ਕੰਮ ਕਰਕੇ ਆਇਆ ਸਾਰਾ। ਤੇ ਭਗਵਾਨ ਜਦੋਂ ਕੰਮਕਾਰ ਤੋਂ ਵਿਹਲੇ ਹੋ ਜਾਂਦੇ, ਭਗਵਾਨ ਆਖਣਗੇ ਤੂੰ ਏਦਾਂ ਕਰ ਧੰਨਿਆ ਬੈਠ, ਮੈਂ ਤੈਨੂੰ ਬਾਂਸਰੀ ਸੁਣਾ। ਤੇ ਭਗਵਾਨ ਫਿਰ ਬੰਸਰੀ ਸੁਣਾਇਆ ਕਰ ਤੇ ਧੰਨਾ ਸੁਣਿਆ ਕਰੇ। ਹੋਇਆ ਕੀ, ਉਹ ਜਿਹੜੇ ਪੰਡਤ ਜੀ ਸਨ, ਤਰਲੋਚਨ ਪੰਡਤ, ਉਹ ਧੰਨੇ ਦੇ ਖੂਹ ਦੇ ਨੇੜਿਓਂ ਲੰਘਣ
ਬਾਂਸੁਰੀ ਦੀ ਆਵਾਜ਼ ਆਈ ਤੇ ਵੇਂਦਾ ਵੀ ਦੇਖਾਂ ਬਾਂਸੁਰੀ ਵਜਾਣੀ ਆ ਗਈ ਧੰਨੇ ਨੂੰ। ਆਇਆ ਧੰਨੇ ਦੇ ਕੋਲ, ਧੰਨਿਆ ਵੀ ਕਿਸ ਤਰ੍ਹਾਂ ਹੈ, ਭੋਗ ਲਵਾਣਾ ਆਂਦਾ ਭਗਵਾਨ ਨੂੰ ਰੋਜ਼ ਤਿੰਨੋਂ ਟਾਈਮ ਭਗਵਾਨ ਨੂੰ ਭੁੱਖ ਬੜੀ ਲੱਗਦੀ। ਆਂਦਾ ਸਵੇਰੇ ਉੱਠਦੇ ਆ ਸਾਰੀ ਇਸ਼ਨਾਨ ਕਰਨ ਤੋਂ ਬਾਅਦ ਭੁੱਖ ਲੱਗ ਜਾਂਦੀ ਇਹਨਾਂ ਨੂੰ। ਆਰਤੀ ਕਰਨਾ ਆਂਦਾ ਰੋਜ਼ ਪਾਥੀ ਪਖਾਨਾ ਉਹਤੇ ਘਿਓ ਪਾ ਕੇ ਉਹਦੇ ਨਾਲ ਆਰਤੀ ਕਰਨਾ। ਤੂੰ ਤਾਂ ਛੋਟੀ ਬੱਤੀ ਨਾਲ ਕਰਦਾ ਸਨ, ਮੈਂ ਆਰਤਾ ਕਰਦਾ, ਆਰਤਾ ਕਰਨਾ। ਧੰਨਾ ਜੀ ਆਂਦੇ ਨੇ ਜੋ ਦਿਨ ਤੋਂ ਮੇਰੀ ਗੋਪਾਲ ਤੇਰਾ ਆਰਤਾ, ਮੈਂ ਆਰਤੀ ਨਹੀਂ ਆਰਤਾ ਕਰਨਾ, ਭਾਵ ਤੇ ਤੋਂ ਵੱਡੀ ਲੋ ਰੱਖਣਾ। ਅੱਛਾ ਤੇ ਜਦੋਂ ਸਾਰੀਆਂ ਗੱਲਾਂ ਸੁਣੀਆਂ ਤੇ ਆਂਦਾ ਧੰਨਿਆ ਇੱਕ ਗੱਲ ਹੋਰ ਦੱਸ, ਇਹ ਬਾਂਸੁਰੀ ਤੂੰ ਕਦੋਂ ਵਜਾਣੀ ਸਿੱਖ ਲਈ ਹੈ? ਧੰਨਾ ਆਂਦਾ ਦਾਦਾ ਬਾਂਸੁਰੀ ਤਾਂ ਨਹੀਂ ਮੈਨੂੰ ਆਉਂਦੀ ਵਜਾਣੀ, ਮੈਂ ਤਾਂ ਉਦੋਂ ਦੇ ਪ੍ਰਸ਼ਾਦੇ ਹੀ ਤਿਆਰ ਕਰੀ ਜਾਣ ਡਿਆ, ਮੈਂ ਕੰਮ ਹੀ ਨਹੀਂ ਕੋਈ ਕੀਤਾ, ਮੈਨੂੰ ਨਹੀਂ ਕੰਮ ਕਰਨ ਦਿੰਦਾ ਮੇਰਾ ਠਾਕਰ, ਕੁਛ ਵੀ ਕੰਮ ਨਹੀਂ ਕਰਨ ਦਿੰਦਾ। ਆਂਦਾ ਫੇਰ ਇਹ ਬਾਂਸੁਰੀ ਕੌਣ ਵਜਾਣ ਡਿਆ? ਆਂਦਾ ਦਾਦਾ ਦੇਖ ਸਾਹਮਣੇ ਠਾਕੁਰ ਵਿਰਾਜਮਾਨ ਨੇ, ਇਹ ਵਜਾਣ ਡੇ ਨੇ ਬਾਂਸੁਰੀ। ਤੇ ਉਸ ਤਰਲੋਚਨ ਨੇ ਆਖਿਆ ਧੰਨਿਆ ਇਹ ਬਾਂਸੁਰੀ ਜੋ ਵੱਜ ਰਹੀ ਹੈ ਨਾ ਮੈਨੂੰ ਸੁਣਦੀ ਹੈ, ਪਰ ਬਾਂਸੁਰੀ ਵਜਾਣ ਵਾਲਾ ਮੈਨੂੰ ਦਿਸਦਾ ਨਹੀਂ, ਉਹ ਮੈਨੂੰ ਦ੍ਰਿਸ਼ਟੀ ਨਹੀਂ ਮਿਲੀ ਕਿ ਮੈਂ ਉਹ ਦੇਖ ਸਕਾਂ। ਆਂਦੇ ਨੇ ਇੱਕ ਸਾਧ ਅੱਖੀਆਂ, ਇੱਕ ਚੋਰ ਅੱਖੀਆਂ, ਇੱਕ ਇਹ ਅੱਖੀਆਂ, ਇੱਕ ਉਹ ਅੱਖੀਆਂ। ਉਹ ਜਿਹੜੀਆਂ ਉਹ ਵਾਲੀਆਂ ਅੱਖਾਂ ਧੰਨੇ ਨੂੰ ਮਿਲ ਗਈਆਂ ਸਨ, ਉਹ ਤਰਲੋਚਨ ਪੰਡਤ ਨੂੰ ਹੀ ਨਹੀਂ ਸੀ ਮਿਲੀਆਂ। ਤੇ ਤਰਲੋਚਨ ਨੇ ਨਾ ਉਹ ਫਿਰ ਤਰਲਾ ਕੀਤਾ ਧੰਨੇ ਦਾ, ਉਹ ਧੰਨਿਆ ਉਹ ਭਗਵਾਨ ਨੂੰ ਆਖ ਕਿਤੇ ਮੈਨੂੰ ਵੀ ਦਰਸ਼ਨ ਦੇ ਦੇਣ, ਉਹ ਮੈਨੂੰ ਵੀ ਕਿਤੇ ਦੀਦਾਰ ਹੋ ਜਾਵੇ। ਤੇ ਬੜੇ ਪ੍ਰੇਮ ਦੇ ਨਾਲ ਉਹਦਾ ਫਿਰ ਤਰਲੋਚਨ ਨੇ ਧੰਨੇ ਨੂੰ ਬੇਨਤੀ ਕੀਤੀ ਤੇ ਆਂਦਾ ਕੀ ਹੈ, ਉਹ ਜਰਾ ਮੈਨੂੰ ਵੀ ਮਿਲਾ ਦੇ ਧੰਨਿਆ ਵੇ ਤੇਰੇ ਕੋਤੇ ਰੱਬ ਵਸਦਾ, ਮੈਨੂੰ ਵੀ ਮਿਲਾ ਦੇ ਧੰਨੇ ਤੇਰੇ ਕੋਤੇ ਰੱਬ ਵਸਦਾ, ਮੈਨੂੰ ਵੀ ਮਿਲਾ ਦੇ ਧੰਨੇ ਤੇਰੇ ਕੋਤੇ ਰੱਬ ਵਸਦਾ, ਮੈਨੂੰ ਵੀ ਮਿਲਾ ਦੇ ਧੰਨੇ ਤੇਰੇ ਕੋਤੇ ਰੱਬ ਵਸਦਾ, ਏ ਰੱਬ ਵਸਦਾ, ਰੱਬ ਵਸਦਾ, ਰੱਬ ਵਸਦਾ, ਰੱਬ ਵਸਦਾ, ਰੱਬ ਵਸਦਾ, ਰੱਬ ਵਸਦਾ, ਓ ਰੱਬ ਵਸਦਾ ਵੇ, ਰੱਬ ਵਸਦਾ, ਓ ਮੈਨੂੰ ਵੀ ਮਿਲਾ ਦੇ ਧੰਨੇ ਰੱਬ ਵਸਦਾ, ਮੈਨੂੰ ਵੀ ਮਿਲਾ ਦੇ ਧੰਨੇ ਮੈਨੂੰ ਵੀ ਮਿਲਾ ਦੇ, ਮੈਨੂੰ ਵੀ ਮਿਲਾ ਦੇ ਧੰਨੇ ਰੱਬ ਵਸਦਾ। ਆਂਦਾ ਦਾਦਾ ਕਿਹੜੀ ਗੱਲ ਹੈ, ਉਹ ਠਾਕਰ ਦੇ ਨਾਲ ਤਾਂ ਮੇਰੀ ਯਾਰੀ ਪੈ ਗਈ ਹੋਈ ਹੈ, ਤੈਨੂੰ ਮਿਲਾ ਤੇ ਮੈਂ ਹੁਣੇ ਗੱਲ ਕਰਨਾ। ਭਗਵਾਨ ਨੂੰ ਆਵਾਜ਼ ਮਾਰੀ, ਠਾਕਰਾ ਓਏ ਦਾਦਾ ਨੇ ਤਾਂ ਮੈਨੂੰ ਮਿਲਾਇਆ ਤੈਨੂੰ, ਤੇ ਤੂੰ ਇਹਨੂੰ ਦਰਸ਼ਨ ਨਹੀਂ ਜੇ ਦਿੰਦਾ। ਤੇ ਭਗਵਾਨ ਨੇ ਆਖਿਆ ਉਹ ਧੰਨਿਆ ਜਿੰਨੇ ਮੈਨੂੰ ਪਾਣਾ ਹੁੰਦਾ ਨਾ, ਉਹ ਆਪਣੇ ਹਿਰਦੇ ਵਿੱਚੋਂ ਪਹਿਲਾਂ ਛਲ ਕਪਟ ਦੂਰ ਕਰੇ, ਇਹਨੇ ਤੇਰੇ ਨਾਲ ਛਲ ਕੀਤਾ ਸੀ। ਤੁਲਸੀਦਾਸ ਜੀ ਰਾਮਾਇਣ ਵਿੱਚ ਲਿਖਦੇ ਨੇ, ਆਂਦੇ ਨਿਰਮਲ ਜਨ ਮਨ ਸੋਏ ਮੋਏ ਭਾਵਾ, ਮੋਏ ਛਲ ਛਿਦਰ ਕਪਟ ਨਹੀਂ ਭਾਵਾ। ਤੇ ਧੰਨਾ ਆਂਦਾ ਭਾਵੇਂ ਛਲ ਨਾਲ ਹੀ ਕੀਤਾ ਹੈ, ਉਹ ਤੂੰ ਤਾਂ ਨਹੀਂ ਨਾ ਮੈਨੂੰ ਛੜਿਆ, ਮੈਂ ਤਾਂ ਤੇਰੇ ਨਾਲ ਪ੍ਰੀਤ ਸੱਚੀ ਕੀਤੀ ਹੈ ਨਾ। ਆਂਦਾ ਹਾਂ ਧੰਨਿਆ ਤੂੰ ਸੱਚੀ ਕੀਤੀ, ਤਾਂ ਫਿਰ ਮੇਰੇ ਕਰਕੇ ਇਹਨੂੰ ਦਰਸ਼ਨ ਦੇ। ਧੰਨੇ ਦੇ ਅੰਦਰੋਂ ਇਹ ਗੱਲ ਨਹੀਂ ਜਾਗੀ ਕਿ ਜੇ ਮੈਨੂੰ ਦਰਸ਼ਨ ਹੁੰਦਾ ਤਾਂ ਮੈਨੂੰ ਹੀ ਹੁੰਦਾ ਰਹੇ, ਛੱਡੋ ਇਹਨੇ ਨਹੀਂ ਹੁੰਦਾ ਤਾਂ ਇਹਨੇ ਝੂਠ ਕੀਤਾ ਤੈਨੂੰ ਰਹਿਣ ਦਿਓ, ਨਾ ਦਿਓ ਦਰਸ਼ਨਾਂ ਤਾਂ ਕੋਈ ਗੱਲ ਨਹੀਂ, ਦੇ ਦਿਓ ਦਰਸ਼ਨ। ਦਰਸ਼ਨ ਹੋਇਆ ਭਗਵਾਨ ਦਾ ਤੇ ਤਰਲੋਚਨ ਪੰਡਤ ਮੂਰਛਾ ਹੋ ਗਈ। ਹਉ ਅਕਲ ਵਿਕਲ ਭਈ ਗੁਰੂ ਦੇਖੇ, ਹਉ ਲੋਟ ਕੋਟ ਹੋਏ ਪਈ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਬੇਸੁੱਧ ਹੋ ਗਿਆ, ਬੇਹੋਸ਼ ਹੋ ਕੇ ਧੜਮ ਕਰਕੇ ਡਿੱਗ ਪਿਆ ਧਰਤੀ ਤੇ। ਤੇ ਧੰਨੇ ਨੇ ਪੁੱਛਿਆ ਮਹਾਰਾਜ ਕਿਆ ਹੋਇਆ ਇਹਨੂੰ? ਕਹਿੰਦਾ ਹੋਇਆ ਕੁਛ ਨਹੀਂ, ਇਹਨੇ ਇਸ ਸਰੂਪ ਦਾ ਦਰਸ਼ਨ ਪਹਿਲੀ ਵਾਰੀ ਕੀਤਾ ਤੇ ਝਾਲ ਨਹੀਂ ਚੱਲ ਸਕਿਆ। ਉਹ ਪੁਰਾਣੇ ਸਾਧ ਪੜ੍ਹਦੇ ਹੁੰਦੇ ਸਨ ਜਿਹੜੇ ਗੁਰੂ ਦੀ ਝਾਲ ਚੱਲਣੀ ਬੜੀ ਔਖੀ ਹੁੰਦੀ ਹੈ। ਜੇ ਕਿਤੇ ਗੁਰੂ ਆਪਣੀ ਰਜਾ ਵਿੱਚ ਆ ਜਾਵੇ ਨਾ
ਤੇ ਕਿਸੇ ਉਸ ਸਰੂਪ ਦਾ ਦਰਸ਼ਨ ਕਰਾਵੇ। ਜਿਸ ਸਰੂਪ ਦੇ ਦਰਸ਼ਨਾਂ ਵਾਸਤੇ ਲੋਕੀ ਕਈ ਕਈ ਯੁੱਗਾਂ ਦੀ ਤਪੱਸਿਆ ਕਰਦੇ ਨੇ, ਜਦੋਂ ਕਿਤੇ क्षण ਭਰ ਉਹ ਉਸੇ ਤਰੀਕੇ ਦਾ ਆਪਣਾ ਰੂਪ ਬਣਾ ਲਵੇਗਾ ਤਾਂ ਦੇਖ ਕੇ ਝਾਲ ਚੱਲੀ ਨਹੀਂ ਜਾਂਦੀ। ਤੇ ਪੁਰਾਣੇ ਸਾਧ ਪੜ੍ਹਦੇ ਸਨ, ਕੀ ਕਹਿੰਦੇ ਸਨ, ਉਹਦੀ ਝਾਲਾਂ ਜੀ ਕਿਹੜਾ ਚੱਲੇ ਗੁਰਾਂ ਦੀਆਂ ਝਾਲਾਂ, ਕਿਹੜਾ ਚੱਲੇ साची प्रीत हम तुमसे जोरी, तुमसे जोर अवर सब तोरी। मनी करना एक संत रहंदे सन, ਜਿਹੜੇ ਵੱਡੇ ਸੰਤ ਸਨ, ਸੰਤ ਨਰੈਣ ਹਰੀ ਜੀ। ਇੱਕ ਹੋਰ ਸੰਤ ਸਨ, ਉਹਨਾਂ ਦਾ ਨਾਮ ਸੀ ਕੇਸਰ ਸਿੰਘ। ਬਹੁਤ ਜ਼ੁਬਾਨਾਂ ਬੋਲਣੀਆਂ ਤੇ ਲਿਖਣੀਆਂ ਵੀ ਜਾਣਦੇ ਸਨ। ਉਹ ਬੜੀ ਵਾਰੀ ਉਹਨਾਂ ਨੇ ਕਈ ਵਾਰ ਸਾਡੇ ਕੋਲ ਆਣਾ, ਕਮਰੇ ਜਾ ਕੇ ਬੈਠ ਜਾਣਾ। ਉਹ ਉਹਨਾਂ ਨੂੰ ਸਾਰੇ ਜਣੇ ਮਾਮਾ ਜੀ ਆਉਂਦੇ ਸਨ, ਅਸੀਂ ਮਾਮਾ ਜੀ ਕਹਿੰਦੇ ਸਨ। ਕੁਝ ਮੇਰੇ ਨਾਨਕੇ ਕੁੱਲੂ ਦੇ ਨੇ ਤੇ ਉਸ ਤਰੀਕੇ ਨਾਲ ਵੀ ਮੈਂ ਉਹਨਾਂ ਨੂੰ ਮਾਮਾ ਜੀ ਕਹਿ ਆਖਣਾ। ਤੇ ਮੈਨੂੰ ਆ ਕੇ ਉਹਨਾਂ ਨੇ ਬੜੀ ਵਾਰ ਇੱਕ ਦਿਨ ਆ ਕੇ ਕਹਿੰਦੇ, ਦਰਸ਼ਨ ਤੈਨੂੰ ਸੱਚੀ ਗੱਲ ਦੱਸਾਂ, ਜਿਹੜਾ ਗੁਰੂ ਵਾਲਾ ਹੁੰਦਾ ਨਾ ਉਹ ਬਾਂਸ ਬਿਰਤੀ ਹੋ ਜਾਣਾ ਚਾਹੀਦਾ। ਮੈਨੂੰ ਬੜੀ ਹੈਰਾਨ ਹੋਈ। ਮੈਂ ਕਿਹਾ ਮਾਮਾ ਜੀ ਬਾਂਸ ਵਿੱਚ ਤਾਂ ਕੋਈ ਗੁਣ ਹੀ ਨਹੀਂ ਹੁੰਦਾ, ਬਾਂਸ ਨੂੰ ਤਾਂ ਕੋਈ ਚੰਗਾ ਨਹੀਂ ਸਮਝਦਾ। ਆਂਦੇ ਬਾਂਸ ਵਿੱਚ ਇਤਨਾ ਵਧੀਆ ਗੁਣ ਹੁੰਦਾ, ਹੋਰ ਕਿਸੇ ਵਿੱਚ ਵੀ ਨਹੀਂ ਹੁੰਦਾ। ਹੁਣ ਇਹ ਸੰਤ ਦੀ ਸੋਚ ਹੈ ਆਪਣੀ। ਆਂਦੇ ਕਬੀਰ ਬਾਂਸ ਵਡਾਈ ਗੁਲਿਆ ਇਹ ਮਤ ਡੁੱਟੋ ਕੋਏ, ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਨਿੰਮ ਦਾ ਰੁੱਖ ਲੱਗ ਜਾਏ, ਕਿੱਕਰ ਲੱਗ ਜਾਵੇ, ਟਾਹਲੀ ਲੱਗ ਜਾਵੇ, ਅੰਬ ਲੱਗ ਜਾਵੇ, ਕੁਛ ਵ੍ਰਿਕਸ਼ ਲੱਗ ਜਾਵੇ, ਉਹਦੇ ਵਿੱਚੋਂ ਆਪਣੀ ਖੁਸ਼ਬੂ, ਆਪਣੀ ਕੁੜਤਣ ਵੀ ਦੂਰ ਹੋ ਜਾਂਦੀ ਹੈ, ਮਿਠਾਸ ਵੀ ਦੂਰ ਹੋ ਜਾਂਦੀ। ਕੇਵਲ ਤੇ ਕੇਵਲ ਚੰਦਨ ਵਸ ਜਾਂਦਾ, ਹੋਰ ਸਭ ਕੁਝ ਵਿੱਚੋਂ ਨਿਕਲ ਜਾਂਦਾ। ਇਹ ਚੰਦਨ ਦਾ ਗੁਣ ਹੈ। ਜੇ ਚੰਦਨ ਕਿਤੇ ਵ੍ਰਿਕਸ਼ ਲੱਗਾ ਹੋਵੇ, ਆਂਦੇ ਪਰ ਚੰਦਨ ਦੀ ਜੜ ਦੇ ਵਿੱਚ ਕਿਤੇ ਬਾਂਸ ਲੱਗ ਜਾਵੇ ਨਾ, ਬਾਂਸ ਦੇ ਅੰਦਰ ਚੰਦਨ ਦੀ ਸੁਗੰਧ ਨਹੀਂ ਜਾਂਦੀ। ਗੁਰੂ ਦਾ ਸਿੱਖ ਐਸਾ ਹੋਣਾ ਚਾਹੀਦਾ, ਰਵੇ ਸੰਸਾਰ ਮੰਡਲ ਦੇ ਵਿੱਚ ਹੀ। ਇਹ ਮਾਇਆ ਸਾਰਾ ਸੰਸਾਰ, ਜੋ ਪਿਓ ਸੋਬਨ ਸਾਹਿਬ ਪਰਵਾਦ ਕੇ ਕਾਲੇ ਮਾਇਆ ਹੀ ਹੈ ਨਾ। ਅੱਜ ਸਾਡੇ ਵਿੱਚੋਂ ਸੰਤ ਬਾਦ ਸਿੰਘ ਜੀ ਇਸ ਮਾਤ ਲੋਕ ਤੋਂ ਚਲੇ ਗਏ ਨੇ, ਮਾਇਆ ਹੀ ਸੀ ਨਾ। ਉਹ ਮਾਇਆ ਜੈ ਤੇ ਉਪਦੀ ਤੈ ਮਿਲੀ, ਜਿੱਥੋਂ ਉਤਪਤੀ ਹੋਈ ਸੀ ਅੱਜ ਜਾ ਕੇ ਮਿਲਾਪ ਹੋ ਗਿਆ। ਮਾਇਆ ਹੀ ਹੈ ਨਾ ਅਕਾਲ ਪੁਰਖ ਦੀ ਸਾਰੀ ਰਚੀ ਹੋਈ। ਆਂਦੇ ਫਿਰ ਹੁੰਦਾ ਕੀ ਹੈ, ਇਹ ਜਿਹੜੀ ਸਿੱਖਾਂ ਦਾ ਧਰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਰਹਿ ਕੇ ਸੰਸਾਰ ਵਿੱਚ ਸੰਸਾਰ ਤੋਂ ਵਿਰਕਤ ਰਹਿਣ। ਹੈ ਰਹਿਣਾ ਸੰਸਾਰ ਦੇ ਵਿੱਚ ਹੀ ਹੈ, ਪਰ ਇਹ ਚੰਦਨ ਰੂਪੀ ਮੋਹ ਮਾਇਆ ਦੀ ਮਹਿਕ ਨਾ ਸਾਡੇ ਅੰਦਰ ਆਵੇ। ਸਾਡੇ ਅੰਦਰੋਂ ਜਦੋਂ ਵੀ ਮਹਿਕ ਆਵੇ ਤੇ ਸਾਡੇ ਗੁਰੂ ਵਾਲੀ ਆਵੇ। ਆਂਦੇ ਇਸ ਤਰੀਕੇ ਹੋਣਾ ਚਾਹੀਦਾ ਸਿੱਖ। ਤੇ ਸਤਿਗੁਰੂ ਜੀ ਆਂਦੇ ਨੇ, ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਤੇ ਸਾਹ, ਤਿਸ ਪਾਸ ਬੈਠੀਆਂ ਸੋਹੀਏ ਸਭਨਾ ਦਾ ਵੇਸਾ। ਇਹ ਐਸਾ ਸੱਚਾ ਸਤਿਗੁਰੂ ਹੁੰਦਾ ਹੈ ਜਿਹਦੀ ਸ਼ਰਨਾਗਤ ਆ ਕੇ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸੋ ਸੰਤ ਬਾਦ ਸਿੰਘ ਜੀ ਇਸ ਮਾਤ ਲੋਕ ਤੋਂ ਬਿਆਨਾ ਕੀਤਾ ਹੈ। ਜਿਸ ਤਰ੍ਹਾਂ ਪ੍ਰਤੀਤ ਪ੍ਰੀਤ ਧਿਆਨ ਰੱਖਣਾ, ਜਦੋਂ ਗੁਰੂ ਸਾਹਿਬਾਂ ਦੀ ਸਰੀਰਾਂ ਦੀ ਤਬਦੀਲੀ ਹੁੰਦੀ ਹੈ ਨਾ, ਤੇ ਬਹੁਤਾਂ ਦੇ ਮਨਾਂ ਦੀ ਤਬਦੀਲੀ ਵੀ ਹੋ ਜਾਂਦੀ ਹੈ। ਪਰ ਗੁਰੂ ਦੀ ਕਿਰਪਾ ਦੁਆਰਾ ਜੋ ਪ੍ਰੀਤ ਪ੍ਰਤੀਤ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਪਰਿਵਾਰ ਦੀ ਸੀ, ਉਸੇ ਤਰੀਕੇ ਇਹ ਪ੍ਰਤੀਤ ਤੇ ਪ੍ਰਤੀਤ, ਇਹ ਭਰੋਸਾ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਸਾਰਿਆਂ ਦੇ ਉੱਤੇ ਇਹ ਬਣਿਆ ਹੋਇਆ। ਤੇ ਸਤਿਗੁਰੂ ਦੀ ਸਾਡੇ ਸਾਰਿਆਂ ਤੇ ਕਿਰਪਾ ਕਰਨ, ਅਸੀਂ ਮਨ ਕਰਕੇ ਸਿੱਖ ਬਣ ਸਕੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੰਤ ਬਾਦ ਸਿੰਘ ਜੀ ਦੀ ਯਾਦ ਵਿੱਚ ਅੱਜ ਜਿਸ ਤਰ੍ਹਾਂ ਮੈਨੂੰ ਹੁਕਮ ਹੋਇਆ ਸੀ ਤੇ ਮੈਂ ਉਹ ਆਪ ਜੀ ਨੂੰ ਅਰਜ਼ਾਂ ਕੀਤੀਆਂ ਨੇ। ਮੈਂ ਥੋੜਾ ਲੇਟ ਹੋ ਗਿਆ ਸਾਂ ਆਉਣ ਕਰਕੇ, ਉਹਦੀ ਮੈਂ ਸਾਧ ਸੰਗਤ ਤੋਂ ਖਿਮਾ ਮੰਗਣਾ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੁਣ ਦੀਵਾਨ ਦੀ ਇੱਥੇ ਸਮਾਪਤੀ ਹੈ। ਜੋ ਮੈਂ ਰੀਤ ਪੜ੍ਹੀ ਸੀ ਮੈਂ ਪੜ੍ਹ ਕੇ ਸਮਾਪਤੀ ਕਰ ਦੇਣਾ। ਹਾਂਜੀ, ਨਾਮੈ ਪ੍ਰੀਤ ਨਾਰਾਇਣ ਲਾਗੀ, ਨਾਮੈ ਪ੍ਰੀਤ ਨਾਰਾਇਣ ਲਾਗੀ, ਪ੍ਰੀਤ ਨਾਰਾਇਣ ਲਾਗੀ, ਨਾਮੈ ਪ੍ਰੀਤ ਨਾਰਾਇਣ ਲਾਗੀ।
करता है। देखो अज ਸੁਭਾਵਿਕ ਗੱਲ ਹੋਈ ਹੈ ਕਿ ਮੇਰੇ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਜਾਂ ਉਹਨਾਂ ਦੀ ਕਥਾ ਕਹਾਣੀ ਮੈਂ ਕੁਝ ਅੱਗੇ ਅਰਜਿਤ ਨਹੀਂ ਕਰ ਸਕਿਆ। ਉਹ ਗਲਤੀ ਹੋਣ ਲੱਗੀ ਹੋਵੇ ਨਾ ਤੇ ਵੱਡੇ ਬਜ਼ੁਰਗ ਸਾਂਭ ਲੈਂਦੇ ਨੇ ਬੜੀ ਵਧੀਆ ਤਰੀਕੇ ਨਾਲ। ਮਾਤਾ ਜੀ ਵੱਲੋਂ ਮੈਨੂੰ ਹੁਣ ਸੰਦੇਸ਼ ਆਇਆ ਕੋਈ ਸਤਿਗੁਰੂ ਰਾਮ ਸਿੰਘ ਜੀ ਦੇ ਵੀ ਕੋਈ ਬਚਨ ਕੀਤਾ ਜਾਵੇ। ਇੱਕ ਵਾਰ ਸਭ ਰਸਨਾ ਪਵਿੱਤਰ ਕਰੋ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਜੀ ਗਰੀਬ ਨਵਾਜ਼। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪ੍ਰੀਤ ਦੀ ਗੱਲ ਹੋ ਰਹੀ ਸੀ ਤੇ ਪ੍ਰੀਤ ਤੇ ਇੱਕ ਛੋਟੀ ਜਿਹੀ ਹੋਰ ਗੱਲ ਕਰ ਲਈਏ। ਮਸਤਾਨੇ ਤੇ ਦੀਵਾਨੇ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੁੰਦਰ ਸਰੂਪ ਦਾ ਕੀਤਾ ਨਾ ਦਰਸ਼ਨ, ਤੇ ਦਰਸ਼ਨ ਕਰਨ ਤੋਂ ਇਹ ਸਿੱਖ ਦਰਸ਼ਨ ਕੀਤਾ ਤੇ ਦਰਸ਼ਨ ਕਰਕੇ ਆ ਗਏ। ਤੇ ਇਹ ਮਸਤਾਨੇ ਦੀਵਾਨੇ ਸਾਧ ਕਰਦੇ ਕੀ ਸਨ? ਇਹ ਗੜਵਾ ਹੀ ਵਜਾ ਦੇਣਾ, ਗੜਵੇ ਦੇ ਕੁੰਡੇ ਨਾਲ ਗੜਵਾ ਵਜਾਈ ਜਾਣਾ, ਸਾਜ ਕੇ ਢੋਲਕੀ ਛਣੇ। ਜਿੱਦਾਂ ਹੁਣ ਸਾਡੇ ਕੋਲ ਵਾਜਾ ਜਿੱਦਾਂ ਲੈ ਕੇ ਤਾਂ ਦੀਵਾਨ ਤਾਂ ਲੱਗੀ ਜਾਂਦੇ ਆ, ਇਹ ਪੁਰਾਣੀ ਗੱਲ ਹੀ ਹੈ। ਹੁਣ ਮੈਨੂੰ ਆਇਆ ਹੀ ਨਹੀਂ ਵਾਜਾ ਵਜਾਣਾ, ਮੈਂ ਬੜਾ ਯਤਨ ਕੀਤਾ ਪਰ ਆਇਆ ਹੀ ਨਹੀਂ। ਉਹ ਪੁਰਾਣੇ ਸਾਧ ਕੀ ਕਰਦੇ ਸਨ? ਗੜਵਾ ਵਜਾ ਕੇ ਇਹਨਾਂ ਤੇ ਦੀਵਾਨ ਲਾ ਲੈਂਦੇ ਸਨ। ਗੱਲ ਤਾਂ ਰਾਂਝਾ ਰਾਜੀ ਕਰਨ ਵਾਲੀ ਗੱਲ ਹੈ, ਕਿਸੇ ਤਰੀਕੇ ਕਰ ਲਓ। ਉਹ ਜਦੋਂ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਤੇ ਸੰਤ ਮੰਡਲੀ ਆ ਕੇ ਬੈਠੀ, ਆਪਸ ਵਿੱਚ ਲੱਗੇ ਗੱਲ ਕਰਨ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਆਂਦੇ ਨੇ ਕੰਜਰ ਕਨੈਨ ਕਮਲੂ ਗਰੀਬ ਕਟ ਕੇ ਹਰ ਪੁੰਜਰ ਕਵਰ ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁਜੋ ਕਵਨ। ਇਹ ਜਦੋਂ ਲੱਗੇ ਨਾ ਇੱਕ ਦੂਸਰੇ ਨਾਲ ਗੱਲਾਂ ਕਰਨ, ਓਏ ਦੇਖੋ ਅੱਜ ਦਾ ਅਕਾਲ ਪੁਰਖ ਦਾ ਦਰਸ਼ਨ ਹੋਇਆ ਹੋਇਆ, ਕੈਸਾ ਦਰਸ਼ਨ ਨਰਾਨੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ। ਇਹ ਬਚਨ ਕਰਦਿਆਂ ਨਾ ਤੇ ਉਹ ਸਿੱਖਾਂ ਦੇ ਅੰਦਰ ਉਹ ਮਸਤਾਨਗੀ ਦੀ ਜੋ ਲਹਿਰ ਜਾਗੀ। ਧਿਆਨ ਰੱਖਣਾ, ਮਸਤਾਨਾ ਕੋਈ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ। ਤੇ ਸਤਿਗੁਰੂ ਜੀ ਦਾ ਵੱਲੋਂ ਇਹ ਹੁਕਮ ਵੀ ਹੈ, ਜਿਹੜਾ ਖਰੂਦ ਪਾਵੇ ਜਾਣ ਕੇ ਮਸਤਾਨਾ ਹੋ ਜਾਂਦਾ ਨਾ, ਉਹ ਆਪਣਾ ਕੀਤਾ ਹੋਇਆ ਭਜਨ ਬਾਣੀ ਸਾਰਾ ਖੂਚ ਪਾ ਲੈਂਦਾ। ਪਰ ਜਦੋਂ ਮਸਤੀ ਆ ਜਾਵੇ ਨਾ ਸ਼ਬਦ ਦੀ, ਉਹ ਫਿਰ ਰੋਕਿਆ ਰੁਕਦੀ ਨਹੀਂ ਕਿਸੇ ਦੇ। ਇੱਕ ਵਾਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਮੇਲਾ ਹੋ ਰਿਹਾ ਸੀ ਸ਼ਹੀਦਾਂ ਦੇ, ਤੇ ਉੱਥੇ ਵੱਡੇ ਵੱਡੇ ਲੀਡਰਾਂ ਨੇ ਵੀ ਆਣਾ ਸੀ। ਤੇ ਉਹ ਪਤਵੰਤੇ ਸੱਜਣਾਂ ਨੇ ਸਾਡਿਆਂ ਨੇ ਵੀ ਆਖਿਆ ਜੀ ਗਰੀਬ ਨਵਾਜ਼ ਜੀ ਇਹ ਮਸਤਾਨੇ ਬੜਾ ਖਰੂਦ ਕਰਦੇ ਨੇ, ਬੜਾ ਕੁਛ ਆਖਦੇ ਨੇ ਵੀ ਕਿਸੇ ਤਰੀਕੇ ਨਾਲ ਡੱਕ ਦਿੱਤਾ ਜਾਵੇ। ਤੇ ਸਤਿਗੁਰੂ ਜੀ ਆਂਦੇ ਵੀ ਮੇਰਾ ਚਿੱਤ ਤਾਂ ਨਹੀਂ ਮੰਨਦਾ, ਪਰ ਤੁਸੀਂ ਆਂਦੇ ਕਰ ਲਓ ਜਿੱਦਾਂ ਕਰਨੀ ਹੈ। ਫਿਰ ਇਹਨਾਂ ਨੂੰ ਨਾ ਕਿਸੇ ਕਮਰੇ ਵਿੱਚ ਮਸਤਾਨਿਆਂ ਨੂੰ ਨਾ ਡੱਕ ਕੇ ਤੇ ਬਾਹਰੋਂ ਲਾਤਾ ਤਾਲਾ। ਇਹ ਜਦੋਂ ਬਾਹਰ ਹੋਇਆ ਨਾ ਕੀਰਤਨ, ਇਹ ਸ਼ਬਦ ਤੇ ਸੁਰਤ ਦਾ ਹੋਇਆ ਜਦੋਂ ਮੇਲ, ਧੁਨਾਤਮਕ ਜਦੋਂ ਹੁੰਦਾ ਨਾ ਤਾਂ ਬੰਦਾ ਅਧਿਆਤਮਿਕ ਹੋ ਜਾਂਦਾ ਹੈ। ਕਿ ਧੁਨ ਜਿਹੜੀ ਹੈ ਅਧਿਆਤਮ ਵਾਲੇ ਪਾਸੇ ਲੈ ਕੇ ਜਾਂਦੀ ਹੈ ਸਾਨੂੰ। ਜਿਸ ਤਰ੍ਹਾਂ ਦੀ ਧੁਨਾਂ ਵੱਜਣਗੀਆਂ ਸਾਡੇ ਮਨ ਦੀ ਬਿਰਤੀ ਵੈਸੀ ਹੋ ਜਾਏਗੀ। ਇੱਥੇ ਹੁਣ ਡੀਜੇ ਵੱਜਦਾ ਵੇ ਤਾਂ ਕੋਈ ਭਜਨ ਤਾਂ ਨਹੀਂ ਨਾ ਕਰ ਸਕਦਾ। ਤੇ ਜੇ ਕੋਈ ਕਥਾ ਕੀਰਤਨ ਹੋ ਰਿਹਾ, ਸਾਜ਼ ਢੋਲਕੀ ਛੈਣੇ ਵੱਜ ਰਹੇ ਨੇ, ਤੇ ਸਾਡਾ ਮਨ ਕਥਾ ਕੀਰਤਨ ਵਾਲੇ ਪਾਸੇ ਪ੍ਰੇਰਿਤ ਹੁੰਦਾ, ਭਜਨ ਵਾਲੇ ਪਾਸੇ ਪ੍ਰੇਰਿਤ ਹੁੰਦਾ। ਉਹ ਜਦੋਂ ਸ਼ਬਦ ਦੀ ਸੁਰਤੀ ਲੱਗੀ ਨਾ ਸਾਰਿਆਂ ਸਾਧਾਂ ਦੀ, ਇਹਨਾਂ ਸਿੱਖਾਂ ਸਾਧਾਂ ਇਹਨਾਂ ਉਹ ਕਾਨਿਆਂ ਦੀ ਛੱਤ ਹੁੰਦੀ ਸੀ, ਛੱਤ ਪਾੜ ਕੇ ਤੇ ਬਾਹਰ ਨਿਕਲ ਆਏ ਸਾਰੇ। ਤੇ ਬਾਹਰ ਨਿਕਲ ਕੇ ਦੂਰ ਜਾ ਕੇ ਖਲੋ ਗਏ ਤੇ ਗੜਵਾ ਵਜਾ ਕੇ ਤੇ ਆਖਣ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ। ਮੈਂ ਨਾ ਜੇ ਕਿਸੇ ਦੇ ਅੰਦਰ ਹੋਏਗੀ ਗੱਲ ਤੇ ਇਹ ਗੱਲ ਆਖੇਗਾ ਨਾ ਗੁਰੂ ਨੂੰ। ਸਤ ਸੰਗਤ ਕਿਸੇ ਦੇ ਆਖਣ ਤੋਂ ਨਹੀਂ ਗੱਲ ਬਣਦੀ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹ ਲੀਡਰ ਜਦੋਂ ਸਾਰੇ ਚਲੇ ਗਏ ਨਾ, ਤੇ ਜਿਨ੍ਹਾਂ ਸੱਜਣਾ ਨੇ ਆਖਿਆ ਸੀ ਵੀ ਇਸ ਤਰੀਕੇ ਕਰੀਏ, ਆਂਦੇ ਹੁਣ ਸੁਣ ਲਓ ਕੀ ਆਂਦੇ ਨੇ, ਦੇਖ ਲਓ ਮੈਨੂੰ ਆਖਿਆ ਕੀ ਉਹਨਾਂ ਨੇ। ਮੈਨੂੰ ਲਾਈ ਲੱਗ ਬਣਾ ਛੱਡਿਆ ਤੁਸੀਂ ਅੱਜ। ਓਏ ਇਹਨਾਂ ਸਿੱਖਾਂ ਸਾਧਾਂ ਕਰਕੇ ਤਾਂ ਮੇਲੇ ਦੀ ਰੌਣਕ ਹੈ। ਉਹ ਸਾਡੀ ਰੋਹ ਰੀਤ ਕਿੱਥੋਂ ਜਾਗਦੀ ਹੈ ਸਾਡੇ ਅੰਦਰ ਦੀ, ਉਹ ਰੀਤ ਹੀ ਸਾਡੀ ਮੁੱਕ ਜਵੇ ਸਾਡੇ ਅੰਦਰੋਂ, ਉਹ ਕਣੀ ਖਤਮ ਹੋ ਜਾਏ ਤਾਂ ਸਾਡਾ ਨਾਮਧਾਰੀਆਂ ਦਾ ਕੀ ਵਜੂਦ ਰਹਿੰਦਾ ਹੈ। ਸਾਡਾ ਨਾਮਧਾਰੀ ਦਾ ਨਾਮ ਪਿਆ ਹੈ ਨਾ, ਅਸਲੀ ਨਾਮ ਸਾਡਾ ਕੂਕੇ ਹੈ। ਉਹ ਗਿਆਨੀ ਆਂਦੇ ਨੇ ਸਹੀ ਨਾਮ ਨਾਮਧਾਰੀ ਕੂਕ ਮਾਰਨੇ ਸੇ ਕੂਕਾ ਸਭ ਜਗਤ ਬਖਾਨ ਹੈ। ਨਾਮ ਤਾਂ ਇਹਨਾਂ ਦੇ ਨਾਮਧਾਰੀ ਕੂਕੇ ਸਾਨੂੰ ਅੱਲ ਪਈ ਹੈ। ਕਿਉਂ? ਕੀਰਤਨ ਕਰਦਿਆਂ ਅੱਜ ਵੀ ਇਹ ਰੋਹ ਰੀਤ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸਾਡੇ ਅੰਦਰ, ਇਹ ਗੁਰੂ ਦੀ ਕਿਰਪਾ ਹੀ ਹੈ, ਉਹ ਕਣੀ ਅੱਜ ਵੀ ਹੈ। ਕੀਰਤਨ ਕਰਦਿਆਂ ਰੀਤ ਪੜ੍ਹਨ ਤੋਂ ਬਾਅਦ ਅੱਜ ਇੱਕ ਵਾਰ ਹੋ ਕਰ ਛੱਡਦਾ, ਉਹ ਆਪੇ ਹੋ ਜਾਂਦੀ, ਕਿਸੇ ਕਰਨ ਤੋਂ ਨਹੀਂ ਹੁੰਦੀ। ਉਹ ਕੀ ਹੈ ਅੰਦਰ, ਉਹ ਹਾਲੇ ਬੀਜ ਹੈ, ਵੀ ਗੁਰੂ ਦੀ ਦਿੱਤਾ ਹੈ। ਉਹ ਜਿਹੜੀ ਕੂਕ ਹੈ ਨਾ ਸਾਡੀ ਕੂਕਿਆਂ ਦੀ ਕੂਕ, ਉਹ ਹਾਲੇ ਵੀ ਵੱਜਦੀ। ਸੋ ਇਹ ਮਸਤਾਨੇ ਤੇ ਦੀਵਾਨੇ ਸਤਿਗੁਰੂ ਰਾਮ ਸਿੰਘ ਜੀ ਦਾ ਸੁੰਦਰ ਦਰਸ਼ਨ ਕੀਤਾ ਹੈ। ਆ ਕੇ ਬੈਠ ਗਏ ਨੇ ਤੇ ਬੈਠੇ ਨਾ ਤੇ ਇੱਕ ਦੂਸਰੇ ਨਾਲ ਗੱਲ ਕਰਨ ਤੇ ਆਖਣ ਵੀ ਜਿਹੜੀ ਇਹ ਅੱਜ ਦਰਸ਼ਨ ਹੋਇਆ ਨਾ,
ये दर्शन कीता ना असीं तर गए अज ते आखण तारनगे अतीत सतगुरु तारनगे बई अतीत पाप आने वाले समय सतगुरु ने सानू तार देना सी तर गए हैं गुरु का दर्शन करके गल कोई झूठी नहीं गुरबाणी दी थां पाठ आया सतगुरु कहंदा है माई चरण गुरु मीठे वड्डे भाग देवे परमेश्वर कोट फला दर्शन गुरु मीठे असीं गुरु का दर्शन करने सानू करोड़ां फलां दी प्राप्ति होती है जे अग्गों गुरु कृपा कर दे साडे वाल वेखे फिर तां ओहदा कोई गिणती नहीं गिण सकदा कोई इंसान भी कितना फल मिल गया सतगुरु प्रताप सिंह सच्चे पातशाह का दर्शन करने वास्ते आए सिख संगतां सारियां संगत सौदा सिंह जी आए ख्याले वाले एक बारी मत्था टेकिया सतगुरु की कृपा ना की दृष्टि ना पाई दूसरी बार फिर लैंज ला गए तीसरी बार जो लैंज लगे ना मत्था टेकिया सतगुरु प्रताप सिंह जी फिर भी ना देखा सत उच्ची उच्ची कर लग पे हाय 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 जो हाय हाय की सतगुरु प्रताप सिंह सच्चे पातशाह को ध्यान करके सत जी की होया अरे सूल होया ते हुण सूल हट गया आंदा प्रीतमा हुण तू वेख लिया ते मेरा सूल हट गया ते तू वेखदा ना ते मेरे सूल हल भी हो ही जाना सी ये पुराने सिखां दी दशा होंदी सी ऐसी ये सिखां खण सतगुरु तारनगे अतीत ते सतगुरु राम सिंह सच्चे पातशाह जी आए ते आके आखणगे अतीत नहीं जिहड़ी तैनूं तारना ना वो किस ने तारना तेरी प्रतीत ने तेरे भरोसे ने तारना बिना भरोसे तो तार नहीं सकता ते सतगुरु राम सिंह सच्चे पातशाह जी की आंदे ने ओ जी तारे की प्रतीत सिखा तारे की प्रतीत साडे अंदर सतगुरु जी की बख्शिश कर वो साडे अंदर वो प्रतीत वो भरोसा गुरु चरणों के नाल बढ़िया रहे ते इहदे नाल साडा लोक ते परलोक सुहेला होना है। इत्थे दीवान की समाप्ति है। सत श्री ओंकार वाहिगुरु जी की फतेह। श्री भगवती जी सहाय पातशाही बार गुरु नानक लई ते आए प्रगति गुरु अमरदास रामदास होई सहाय अर्जन हरगोबिंद नो सिमरो श्री हर राय श्री हर कृष्ण ते आई रठे शब्द बजाए तेग बहादुर सिमरिए कारणों ने दावे ताए दसर पातशाह साहब श्री गुरु गोबिंद सिंह अमृत के दाते आप जी सबथाई होई जी सहाय श्री सतगुरु बालक सिंह सिमरे धर्म का मार्ग दिया बताए अकाल पुरख में सतगुरु राम सिंह सच्चे पातशाह जिन्हें नाम दे के जम तलिया छड़ाए जोत का जामा श्री सतगुरु हरि सिंह सिमरे की सिक्खी लय मिलाए टल प्रतापी वड्डे प्रताप वाले श्री सतगुरु प्रताप सिंह सिमरे जिना काल जुग सुसोध नाम वाणी का प्रवाह दिया चलाए बेअंत पातशाह सतगुरु जगदीश सिंह सिमरे जिना की महिमा कही ना जाए हाजरा जुग श्री सतगुरु दे सिंह सच्चे पातशाह आप जी सबथाई होवो सहाय गुरु जी के चार साहिबजादे पंज प्यारे 40 मुक्ते से शहीद दे शहीदां दी कमाई दा ध्यान कर आप जी का पवित्र पावन नाम चिता सच्चे पातशाह जो सी बुलनहार जीवा आप बख्शन पिता हो दरो करो सिक्खी सिख को सदन बख्शो पातशाह धरती उते धर्म रताओ महामलेश्वर संत खाल से प्रकाश करो बहु गरीब का कष्ट निवारो किसी दुख ना लगे सब सृष्टि आप दा नाम जपे दीना ना चरणा च बेनती कृपा करो साडा धर्म कर्म ते सिर बना रे दीना ना दियो गरीबा सत्य पातशाह जी हाथ नहीं लिखा ते आओ हुकमाए कले आवे नानका सत्य उठी जाए दे महावाक अनुसार सतपाल सिंह जी इस मात लोक तो बयाना किया श्री सतगुरु जगदीश सिंह सच्चे पातशाह जी कृपा करो संतां दी जीव आत्मा नूं अपने श्री चरणों च निवास बख्शो पिछे परिवार नूं भाना मनन दा बल बख्शो गरीबा सच्चे पातशाह जी आप जी के हुक्म अनुसार आप जी प्यारी साध संगत एकत्र होकर आप जी दिते हुए पवित्र नाम का सिमरन किया है। इसे समय अंदर दीवान सज्जने हरदस कीर्तन होया साडे मन ते वसाओ होईयां भुलां ना चितारो अगे तो शुद्ध स्पष्ट गुरबाणी पढ़दी दार बख्शनी कथा कीर्तन करना बल बुद्ध बख्शो गरीबा सच्चे पातशाह जी
ਕੀਤੇ ਹੋਏ ਨਾਮ ਸਿਮਰਨ ਦਾ ਭਾਵ, ਲੱਗੇ ਹੋਏ ਦੀਵਾਨ ਦਾ ਭਾਵ, ਪੜ੍ਹੀ ਹੋਈ ਗੁਰਬਾਣੀ ਦਾ ਭਾਵ, ਸੱਚੇ ਪਾਤਸ਼ਾਹ ਸ਼ਬਦਾਂ ਦੀ ਜੀਵਾਤਮਾ ਨੂੰ ਫਲੀਭੂਤ ਹੋਵੇ। ਮੇਰੇ ਭਰੇ ਹੱਥ ਰੱਖੋ, ਸਾਰੇ ਸੰਸਾਰ ਦਾ ਉਧਾਰ ਕਰੋ, ਕਲਿਆਣ ਕਰੋ। ਮੇਰੇ ਭਰੇ ਹੱਥ ਰੱਖੋ, ਸੱਚੇ ਪਾਤਸ਼ਾਹ ਚੰਗੇ ਆ ਤਾਂ ਵੀ ਤੇਰੇ ਆ, ਮੰਦੇ ਆ ਤਾਂ ਵੀ ਤੇਰੇ ਆ। ਸਦਾ ਕਾਲ ਆਪਣੇ ਲੜ ਦਾ ਰੱਖੋ, ਲੜ ਲੱਗਣ ਦੀ ਲੱਜ ਰੱਖੋ, ਦਿਆ ਕਰੋ, ਨਾਮ ਵਿਸਰੋ, ਨਾਮ ਸਾਰੋ, ਰੱਖ ਲੋ, ਬਖਸ਼ ਲੋ, ਦਿਓ ਦਿਦਾਰ। ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਜੋ ਬੋਲੇ